ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੈਨੇਡਾ ਦੇ ਵਿੱਚ ਸਾਰਾ ਦਿਨ ਗੱਲਾਂ ਬਾਤਾਂ ਹੋਈਆਂ ਜਾਂ ਇੱਦਾਂ ਕਹਿ ਲਓ ਕਿ ਅਖਬਾਰਾਂ ਦੇ ਵਿੱਚ ਜਿਹਨੇ ਮੁੱਦੇ ਮੁੱਖ ਤੌਰ ਦੇ ਉੱਤੇ ਛਾਏ ਰਹੇ ਆ, ਜਿਹੜੀਆਂ ਖਬਰਾਂ ਸੁਰਖੀਆਂ ਰਹੀਆਂ ਉਹ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ 6-7 ਸੁਰਖੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਤਾਂ ਕਿ ਸਾਨੂੰ ਇੰਨਾ ਪਤਾ ਲੱਗ ਸਕੇ ਕਿ ਅੱਜ ਕੈਨੇਡਾ ਦੇ ਉੱਤੇ ਕਿਹਦੇ ਬਾਰੇ ਗੱਲਬਾਤ ਹੋ ਰਹੀ ਹੈ। ਅੱਜ ਕੈਨੇਡਾ ਦੇ ਵਿੱਚ ਇੱਕ ਖਾਸ ਕਰ ਟਰਮ ਦੇ ਬਾਰੇ ਗੱਲਬਾਤ ਹੋ ਰਹੀ ਹੈ, ਟਵਿੰਡੈਮਿਕ। ਅਸੀਂ ਪੈਂਡੈਮਿਕ ਬਹੁਤ ਵਾਰੀ ਸੁਣਿਆ, ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਾਨੂੰ, ਨਵੀਆਂ ਗੱਲਾਂ, ਨਵੇਂ ਸ਼ਬਦ ਸਾਨੂੰ ਸੁਣਨ ਨੂੰ ਮਿਲੇ। ਨਵੇਂ ਸ਼ਬਦ ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹੜੇ ਸ਼ਬਦ ਪਹਿਲਾਂ ਇੰਨਾ ਜ਼ਿਆਦਾ ਪ੍ਰਚਲਿਤ ਨਹੀਂ ਸਨ। ਕੋਵਿਡ ਸ਼ਬਦ ਪਹਿਲਾਂ ਵੀ ਸੀਗਾ, ਪਰ ਹੁਣ ਇਸ ਸਮੇਂ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਆ ਉਹ ਬਹੁਤ ਜ਼ਿਆਦਾ, ਕਰੋਨਾ ਵਾਇਰਸ ਸ਼ਬਦ ਪਹਿਲਾਂ ਵੀ ਸੀਗਾ, ਪ੍ਰਚਲਿਤ ਹੋਇਆ। ਇਸੇ ਤਰ੍ਹਾਂ ਪੈਂਡੈਮਿਕ ਸ਼ਬਦ ਸੀਗਾ ਇੱਕ ਜਿਹੜਾ ਬਹੁਤ ਮਹਾਮਾਰੀ ਸ਼ਬਦ ਜਿਹੜਾ ਇੱਥੇ ਪ੍ਰਚਲਿਤ ਹੋਇਆ। ਇਸੇ ਤਰ੍ਹਾਂ ਕੁਆਰੰਟਾਈਨ, ਆਈਸੋਲੇਸ਼ਨ, ਇਸ ਤਰ੍ਹਾਂ ਦੇ ਕੁਝ ਸ਼ਬਦ ਸਾਡੇ ਸਾਹਮਣੇ ਆਏ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਸ਼ਬਦ ਟਵਿੰਡੈਮਿਕ ਇਹ ਦੇਖਣ ਨੂੰ ਮਿਲ ਰਿਹਾ। ਟਵਿਨ ਮੈਨੇ ਜੁੜਵਾਂ ਦੋ ਜਿਹਨੂੰ ਅਸੀਂ ਕਹਿੰਦੇ ਹਾਂ, ਅਤੇ ਪੈਂਡੈਮਿਕ ਅਸੀਂ ਜਾਣਦੇ ਹਾਂ ਕਿ ਜਿਹੜੀ ਮਹਾਮਾਰੀ ਹੈ ਇਸ ਵੇਲੇ ਸਾਡੇ ਸਾਹਮਣੇ ਹੈ। ਟਵਿੰਡੈਮਿਕ ਦਾ ਅਰਥ ਕੀ ਹੈ ਇਸ ਵੇਲੇ, ਇਹਦੇ ਤੋਂ ਖਤਰਾ ਕਿਉਂ ਮੰਨਿਆ ਜਾ ਰਿਹਾ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ, ਇਹਦੇ ਨਾਲ ਕੀ ਸਮੱਸਿਆ ਆ ਸਕਦੀ ਆ, ਕਿ ਇਹ ਵੀ ਇਸੇ ਪੈਂਡੈਮਿਕ ਜਿੰਨੀ ਖਤਰਨਾਕ ਆ ਜਾਂ ਟਵਿੰਡੈਮਿਕ ਜਿੱਦਾਂ ਨਾਂ ਤੋਂ ਕਲੀਅਰ ਆ ਕਿ ਦੋ ਇਹ ਦੁੱਗਣੀ ਖਤਰਨਾਕ ਹੋ ਸਕਦੀ ਹੈ। ਇਹਦੇ ਬਾਰੇ ਗੱਲਬਾਤ ਅੱਜ ਅਖਬਾਰਾਂ ਦੇ ਵਿੱਚ ਚੱਲ ਰਹੀ ਹੈ। ਇਹ ਤੋਂ ਪਹਿਲਾਂ ਕਿ ਟਵਿੰਡੈਮਿਕ ਬਾਰੇ ਸਮਝੀਏ, ਸਾਨੂੰ ਇਹ ਸਮਝਣਾ ਪਊਗਾ ਕਿ ਜਿਹੜੇ ਸਿਹਤ ਮਹਿਕਮੇ ਨੇ ਜਾਂ ਸਰਕਾਰਾਂ ਨੇ, ਆਰਗੇਨਾਈਜੇਸ਼ਨ ਨੇ, ਇਹਨਾਂ ਨੇ ਕਿਸੇ ਬਿਮਾਰੀ ਦੀ ਕਿੰਨੀ ਗੰਭੀਰਤਾ ਹੈ, ਉਹ ਕਿੰਨੀ ਜ਼ਿਆਦਾ ਤਰ੍ਹਾਂ ਫੈਲ ਚੁੱਕੀ ਹੈ, ਉਹਨੂੰ ਸਮਝਣ ਦੇ ਲਈ ਕੁਝ ਸ਼ਬਦ ਰੱਖੇ ਆ। ਇੱਕ ਸ਼ਬਦ ਐਪੀਡੈਮਿਕ ਕਹਿੰਦੇ ਆ। ਐਪੀਡੈਮਿਕ ਉਦੋਂ ਕਹਿੰਦੇ ਆ ਜਦੋਂ ਡਿਜ਼ੀਜ਼ ਬਹੁਤ ਸਾਰੇ ਲੋਕਾਂ ਦੇ ਵਿੱਚ ਫੈਲ ਜਾਂਦੀ ਹੈ, ਪਰ ਉਹ ਇੱਕ ਕਮਿਊਨਿਟੀ ਜਾਂ ਇੱਕ ਪਾਪੂਲੇਸ਼ਨ ਜਾਂ ਇੱਕ ਰੀਜਨ ਦੇ ਵਿੱਚ ਰਹਿੰਦੀ ਹੈ, ਵੀ ਇੱਕ ਖਾਸ ਖਿੱਤੇ ਦੇ ਵਿੱਚ ਹੀ ਉਹ ਬਿਮਾਰੀ ਰਹਿ ਗਈ ਪਰ ਫੈਲ ਗਈ ਬਹੁਤ ਸਾਰੇ ਲੋਕਾਂ ਨੂੰ, ਜਾਂ ਇੱਕ ਖਾਸ ਕਮਿਊਨਿਟੀ ਦੇ ਵਿੱਚ ਰਹਿ ਗਈ, ਜਾਂ ਇੱਕ ਪਾਪੂਲੇਸ਼ਨ ਜਿਹੜੀ ਕਿਸੇ ਇੱਕ ਸ਼ਹਿਰ ਦੇ ਵਿੱਚ ਫੈਲ ਗਈ, ਇੱਕ ਪਿੰਡ ਦੇ ਵਿੱਚ ਫੈਲ ਗਈ, ਪਰ ਹੋ ਬਹੁਤ ਸਾਰੇ ਲੋਕਾਂ ਨੂੰ ਗਈ, ਰਹੀ ਇੱਕ ਖਾਸ ਏਰੀਆ ਦੇ ਵਿੱਚ ਹੀ। ਉਹਦੇ ਲਈ ਇੱਕ ਸ਼ਬਦ ਐਪੀਡੈਮਿਕ ਵਰਤਿਆ ਜਾਂਦਾ ਪਿਛਲੇ ਸਮੇਂ ਦੇ ਵਿੱਚ। ਪੈਂਡੈਮਿਕ ਜਿਹਨੂੰ ਅਸੀਂ ਹੁਣ ਕਹਿੰਦੇ ਕਿ ਪੈਂਡੈਮਿਕ ਦਾ ਸਮਾਂ ਆ, ਇਹ ਸ਼ਬਦ ਇਹ ਉਸ ਵੇਲੇ ਵਰਤਿਆ ਜਾਂਦਾ ਜਦੋਂ ਜਿਹੜੀ ਇੱਕ ਐਪੀਡੈਮਿਕ ਆ ਉਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਫੈਲ ਜਾਵੇ, ਮਤਲਬ ਇੱਕ ਬਿਮਾਰੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਫੈਲ ਜਾਵੇ, ਜਾਨੀ ਪੈਂਡੈਮਿਕ ਐਪੀਡੈਮਿਕ ਨਾਲੋਂ ਵੱਡੀ ਟਰਮ ਦੱਸੀ ਜਾਂਦੀ ਹੈ, ਵੱਡੀ ਗੱਲਬਾਤ ਸੀ। ਇਸੇ ਤਰ੍ਹਾਂ ਇੱਕ ਸ਼ਬਦ ਵਰਤਿਆ ਗਿਆ ਪਿਛਲੇ ਸਮੇਂ ਦੇ ਵਿੱਚ ਐਂਡੈਮਿਕ, ਉਹ ਜਿਹੜਾ ਪਰਟੀਕੂਲਰ ਇੱਕ ਕੰਟਰੀ ਜਾਂ ਕੁਝ ਲੋਕਾਂ ਦੇ ਨਾਲ ਸੰਬੰਧਿਤ ਹੋਵੇ। ਆਊਟਬ੍ਰੇਕ ਕੀ ਹੁੰਦੀ ਕਿ ਉੱਥੇ ਬਿਮਾਰੀ ਫੈਲ ਗਈ, ਕਿ ਜਦੋਂ ਜਿੰਨੀ ਅੰਦਾਜ਼ਾ ਲਾਇਆ ਹੋਵੇ ਕਿਸੇ ਮਹਿਕਮੇ ਨੇ ਉਹ ਤੋਂ ਜ਼ਿਆਦਾ ਬਿਮਾਰੀ ਫੈਲ ਚੁੱਕੀ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਆਊਟਬ੍ਰੇਕ ਹੋ ਗਈ ਹੈ। ਹੁਣ ਜਿਹੜਾ ਨਵਾਂ ਸ਼ਬਦ ਆ ਟਵਿੰਡੈਮਿਕ, ਦੋ ਸ਼ਬਦਾਂ ਦੇ ਸੁਮੇਲ ਤੋਂ ਕਹਿੰਦੇ ਮਿਲਿਆ। ਇੱਕ ਟਵਿਨ ਜਾਨੀ ਕਿ ਟੂ ਫੋਲਡ ਜਾਂ ਡਬਲ ਜਾਂ ਦੋਹਰਾ, ਪੈਂਡੈਮਿਕ ਜਿਹੜਾ ਹੈ ਇੱਕ ਗਲੋਬਲ ਆਊਟਬ੍ਰੇਕ ਕਿਸੇ ਵੀ ਡਿਜ਼ੀਜ਼ ਦੀ, ਜਦੋਂ ਇੱਕ ਬਿਮਾਰੀ ਪੂਰੀ ਦੁਨੀਆ ਦੇ ਵਿੱਚ ਫੈਲ ਜਾਵੇ। ਹੁਣ ਦੋਹਰੀ ਬਿਮਾਰੀ ਦੁਨੀਆ ਦੇ ਵਿੱਚ ਫੈਲ ਜਾਵੇ, ਇਹਦਾ ਕੀ ਮਤਲਬ ਆ? ਜਿਹੜੀ ਦੋਹਰੀ ਮਹਾਮਾਰੀ ਆ ਇਹਦਾ ਕੀ ਅਰਥ ਹੈ, ਇਹਦੇ ਕੀ ਅਰਥ ਆ, ਮਸਲਾ ਕੀ ਆ? ਇੱਕ ਤੇ ਇਸ ਵੇਲੇ ਕੋਵਿਡ-19 ਪੂਰੀ ਦੁਨੀਆ ਦੇ ਵਿੱਚ ਹੈਗਾ, ਭਾਵੇਂ ਵੈਕਸੀਨ ਆ ਗਈ ਇਹਨੂੰ ਕੰਟਰੋਲ ਕਰ ਰਿਹਾ, ਪਰ ਕੋਵਿਡ ਫੇਰ ਵੀ ਇੱਥੇ ਹੈਗਾ। ਹੁਣ ਦੂਜੇ ਪਾਸੇ ਫਲੂ ਆ ਜਿਹੜਾ ਸਰਦੀਆਂ ਨੂੰ ਆਮ ਤੌਰ ਤੇ ਵਾਇਰਸ ਦੇ ਨਾਲ ਸਾਨੂੰ ਨਜ਼ਲਾ ਜ਼ੁਕਾਮ ਹੋ ਜਾਂਦਾ, ਉਹ ਇਸ ਵੇਲੇ ਉਹਦੇ ਤੋਂ ਖਤਰਾ ਪੂਰਾ ਬਣਿਆ ਹੈ, ਖਾਸ ਕਰ ਕੈਨੇਡਾ ਦੇ ਵਿੱਚ। ਟਵਿੰਡੈਮਿਕ ਦੱਸਿਆ ਜਾ ਰਿਹਾ ਕਿ ਇੱਕ ਬਹੁਤ ਕਲੋਜ਼ਲੀ ਰਿਲੇਟਡ ਪੈਂਡੈਮਿਕ ਦੇ ਨਾਲ ਰਿਲੇਟਡ ਇਹ ਸ਼ਬਦ ਆ, ਖਾਸ ਕਰਕੇ ਜਿਹੜਾ ਇਨਫਲੂਐਂਜ਼ਾ, ਫਲੂ ਜਾਂ ਇੱਦਾਂ ਦੀਆਂ ਚੀਜ਼ਾਂ ਆ, ਇਹਦੀ ਆਊਟਬ੍ਰੇਕ ਦੇ ਲਈ ਵਰਤਿਆ ਜਾਂਦਾ ਆ। ਸੋ ਜਿਹੜੀਆਂ ਦੋ ਮਹਾਮਾਰੀਆਂ ਜਦੋਂ ਮਿਲ ਜਾਂਦੀਆਂ ਆ ਤਾਂ ਉਹਨੂੰ ਟਵਿੰਡੈਮਿਕ ਕਿਹਾ ਜਾ ਰਿਹਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ, ਇੱਥੇ ਮਹਿਕਮੇ ਦਾ ਖਾਸ ਤੌਰ ਤੇ ਜ਼ੋਰ ਲੱਗਾ ਹੈ ਵੀ ਇਹ ਟਵਿੰਡੈਮਿਕ ਤੋਂ ਬਚਿਆ ਜਾਵੇ। ਜੇ ਧਿਆਨ ਨਾ ਰੱਖਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੋਹਰੀ ਮਾਰ ਪੈ ਸਕਦੀ ਆ, ਦੋ ਬਿਮਾਰੀਆਂ ਦਾ ਇੱਕੋ ਵੇਲੇ ਸਾਹਮਣਾ ਕਰਨਾ ਪੈ ਸਕਦਾ। ਹਾਲਾਂਕਿ ਇਸੇ ਸਮੱਸਿਆ ਦੇ ਵਿੱਚੋਂ ਪਿਛਲੇ ਸਾਲ ਅਸੀਂ ਲੰਘ ਚੁੱਕੇ ਹਾਂ। ਜਦੋਂ ਦੀ ਪੈਂਡੈਮਿਕ ਆਈ ਆ ਕੋਵਿਡ-19 ਦੀ, ਉਹਦੇ ਤੋਂ ਬਾਅਦ ਫਲੂ ਵੀ ਆਇਆ, ਨਜ਼ਲਾ ਜ਼ੁਕਾਮ, ਖੰਘ ਸਰਦੀਆਂ ਨੂੰ ਜਿੱਦਾਂ ਆਮ ਤੌਰ ਤੇ ਹੁੰਦਾ, ਇਹ ਸਾਰੀਆਂ ਕੁਝ ਪਿਛਲੇ ਸਾਲ ਆ ਕੇ ਗਈਆਂ। ਹੁਣ ਸੀਜ਼ਨ ਫੇਰ ਅੱਗੇ ਆ, ਜਿੱਦਾਂ ਜਿੱਦਾਂ ਮੌਸਮ ਬਦਲ ਰਿਹਾ, ਜਿੱਦਾਂ ਜਿੱਦਾਂ ਠੰਡ ਵੱਧ ਰਹੀ ਆ, ਉੱਦਾਂ ਇਹਦਾ ਖਤਰਾ ਜਿਹੜਾ ਆ ਉਹ ਜ਼ਿਆਦਾ ਹੋ ਰਿਹਾ। ਤੇ ਇਸ ਵੇਲੇ ਫਲੂ ਸ਼ਾਟਸ ਜਿਹੜੇ ਆ ਉਹ ਕਾਫੀ ਹਫ਼ਤੇ ਹੋ ਗਏ ਅਵੇਲੇਬਲ ਆ, ਤੇ ਪਬਲਿਕ ਹੈਲਥ ਯੂਨਿਟਸ ਦੇ ਉੱਤੇ, ਫੈਮਿਲੀ ਡਾਕਟਰਸ ਦੇ ਕੋਲ ਜਾਂ ਫਾਰਮੇਸੀਜ਼ ਦੇ ਉੱਤੇ। ਤੇ ਟਵਿੰਡੈਮਿਕ ਜਾਨੀ ਕਿ ਦੋਹਰੀ ਮਹਾਮਾਰੀ ਤੋਂ ਬਚਣ ਦੇ ਲਈ ਇਸ ਵੇਲੇ ਕਿਹਾ ਇਹ ਜਾ ਰਿਹਾ ਕਿ ਜਿੰਨੀ ਜਲਦੀ ਹੋ ਸਕਦਾ ਫਲੂ ਸ਼ਾਟਸ ਲਵਾ ਲਓ। ਹੋ ਕੀ ਰਿਹਾ, ਬਹੁਤ ਸਾਰੇ ਜਿਹੜੇ ਫਾਰਮੇਸੀਜ਼ ਆ ਉਹਨਾਂ ਦੇ ਜਿਹੜੇ ਇੰਚਾਰਜ ਆ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ
कि इस वेले भावें कि लोग बहुत सारे आ रहे आ पर आने वाले हफ्तियां दे विच होर लोकां नूं आउणा चाहीदा फ्लू शॉट्स लवाउण दे लई। पिछले साल कहिंदे जो कुछ होया उस वेले सब अज तक सब तो वध लोकां ने फ्लू शॉट्स लवाए। एक तां करोना दा डर सीगा, वैक्सीन हजे उन्नी अवेलेबल नहीं सी, सो लोकां नूं लगदा सी कि फ्लू शॉट्स ज़्यादा लवाउणे चाहीदे आ। पिछले साल जानी कि पिछलियां सर्दियां दे विच जानी कि पिछले फ्लू सीजन दे विच सब तो वध लोकां ने फ्लू शॉट्स लवाए। इस वारी समस्या कुछ उल्टी जापदी है। ट्विनडैमिक शब्द क्यों वरतिया जा रहा जां ट्विनडैमिक का डर क्यों पाया जा रहा लोगों के विच, वो इस करके कि इस बारी जी कोविड-19 की वैक्सीन है वो बहुत वध चुकी है। बहुत सारे लोगों ने कोविड-19 की वैक्सीन जी लवा ली है। तो वो तो बाद जिहड़ा लोगों को ये लगन लग पिया कि हुण क्योंकि साडे वैक्सीन लग चुकी है सानू फ्लू शॉट की वैक्सीन लवाउण की लोड़ नहीं, जिहड़ी कि दस्सिया जा रहा है कि गलत धारणा है। भावें तुहाडे वैक्सीन लग गई है पर तुहानूं फिर भी वैक्सीन लवाउणी चाहीदी है। जिहड़ा BC सेंटर फॉर डिजीज़ कंट्रोल आ वो कहिंदे 2020 ते 2021 दे सीजन दे विच एक फ्लू का केस रिकॉर्ड किया गया। तो वो कहिंदे जिहड़े हुण इस वेले जिहड़े साडे प्रोविंशियल हैल्थ ऑफिसर डॉक्टर बोनी हैनरी उन्हां दे मुताबक हुण तक काफ़ी केस फ्लू दे सामने आ चुके हैं। तो कहिंदे बड़ी सीधी गल आ भी जिन्नी जल्दी हो सकदा फ्लू की वैक्सीन फ्लू के शॉट्स जिहड़े कि इस करोना आने तो पहलां आपां हर साल ही लवाउंदे सी वो अपनी फार्मेसी दे कोल अपने फैमिली डॉक्टर दे कोल उन्हां तो पता करके अपने फ्लू शॉट्स जिहड़े आ लवा लो। इस वेले वैक्सीन काफ़ी लग चुकी है। बीते शुक्रवार तक जेकर असीं देखते हैं तो 90% जिहड़े भी ब्रिटिश कोलंबिया दे विच एलिजिबल लोग हैगे आ उन्हां नूं एक डोज वैक्सीन की लग चुकी है। तो 87% के करीब लोगों को दोवें डोजेज लग चुकी हैं। सो सिर्फ 13% लोग रहिंदे आ कोविड की वैक्सीन तो मसला ये दूजा आ कि जे फ्लू शॉट्स ना लवाए वो वैक्सीन ना लवाई तो समस्या होर भी गंभीर हो सकती है, दोहरी हो सकती है। जिथे बहुत सारे लोग इस गल कहिंदे आ कि लोगों के डर आ पर डरना जायज़ आ। जो कुछ पहला होया जिन्हें लॉकडाउन पहला इस करोना के नाल आए आ तो जे इस बार फ्लू जिहड़े शॉट्स ना लवाए गए तो वो भी कहिंदे आ समस्या दोहरी हो सकती है। सो खास तौर के उत्ते जोर दिता जा रहा उन्होंने लोगों को जिन्हों की घट्टो घट्ट जी कोई ना कोई समस्या है पहला इम्यून सिस्टम की उन्होंने ज़्यादा सलाह दी जा रही है कि अपने डॉक्टर के नाल गल करके फ्लू शॉट्स जिहड़े आ वो लवा लो। हर साल लोग फ्लू शॉट्स लवाउंदे ने, इस बार भी यह अवेलेबल आ, फ्री अवेलेबल आ। उत्थे जाके किसी वैक्सीन सेंटर के उत्ते लवाए जा सकते आ। तो कोई भी जिहड़ा 6 महीने तो उहदे तो वध उम्र वाला व्यक्ति आ वो लवा सकदा आ। फार्मेसीज जिहड़े आ ब्रिटिश कोलंबिया दे विच ये फ्लू शॉट्स लवा रहे आ। सो एक नवीं टर्म ट्विनडैमिक ना आवे, भाव दोहरी महामारी ना आवे, इहदे तो बचण दे लई जिथे करोना तो वैक्सीन बहुतिਆਂ ने लवा लिया 86% लोगों ने दोवें डोजेज लवा लियां, उत्थे सरकार सेहत महकमा कैनेडा का सूबा खासकर ब्रिटिश कोलंबिया उहदे विच लोकां नूं बेनती कर रहे हैं कि जिन्नी जल्दी हो सकदा अपने फ्लू शॉट्स जानी कि नज़ले जुकाम तो बचण वाली वैक्सीन जिहड़ी हर साल लाई जाती है इस साल भी उहनूं जरूर लवाओ। मोबाइल साडे सारिਆਂ ਦੀ ਜ਼ਿੰਦਗੀ ਦਾ बहुत ਜ਼ਰੂਰੀ हिस्सा बन चुक्या। हुण इस वेले जिहड़ा 5G नैटवर्क आ वो चर्चा दे विच आ, जानी कि नैटवर्क की इंटरनेट की एक अगली जनरेशन एक अगली किस्म साडे सामने आने वाली है। 5G नैटवर्क को लैके अज कैनेडा दे विच कुछ वड्डियां खबरां सामने आ रही हैं। ये खबरों समझने तो पहला 5G टैक्नोलॉजी की आ इनू समझना पऊगा। जी फस्ट जनरेशन 5G मतलब 5th जनरेशन मतलब 5वीं पीढ़ी इस नैटवर्क की इहदियां अलग अलग पीढ़ियां इन्हां इंजीनियर्स ने साइंसदानां ने विग्यानियां ने नाम दिते हुंदे आ। पहली पीढ़ी फस्ट जनरेशन उन्होंने 1G कहिंदे सी, ये 1980 के नेड़े तेड़े आई सी ते एनालॉग वॉइस हुंदी है। इहदे नाल फिर 2G आ गई सी 1990 दे विच 91-92 के नेड़े तेड़े 2G जिहड़ी इंट्रोड्यूस की गई सी उहदे विच डिजिटल वॉइस सीगी CDMA उन्होंने कहिंदे सी, कोड विजन मल्टीपल एक्सैस। इस तरह फिर इहदी नैटवर्क की तीजी पीढ़ी सामने आई सी 3rd जनरेशन 3G उन्होंने कहिंदे सी, ये 2001-2 अर्ली 2000 दे विच सामने आई सी। इहदे नाल मोबाइल डाटा साडे सामने आ गया सी CDMA 2000 उन्होंने कहिंदे सी जिहड़ी। इसी तरह 4G LTE 2010 दे विच सामने आई सी, जिन्हों हैगा कि एक मोबाइल ब्रॉडबैंड का एक युग शुरू हो गया सी 2010 के नेड़े तेड़े 4th जनरेशन के नाल। हुण 5G जनरेशन मोबाइल नैटवर्क जिहड़े साडे सामने आउणगे, इहदा मतलब की आ कि जो तुसीं वीडियो देखते हैं तुसीं होर कुछ करते हैं उहदी स्पीड बहुत ज़्यादा होगी।
ਡਾਟਾ ਬਹੁਤ ਜ਼ਿਆਦਾ ਹੋਊਗਾ, ਉਹਦੀ ਸਪੀਡ ਬਹੁਤ ਜ਼ਿਆਦਾ ਹੋਊਗੀ। ਪਰ ਇਹ ਵਿਗਿਆਨ ਦਾ ਇੱਕ ਅਗਲਾ ਸਟੈਪ ਆ ਜਿਹਦਾ ਨਾਮ 5G ਜਾਣੀ ਕਿ 5th ਜਨਰੇਸ਼ਨ ਜਾਣੀ ਕਿ 5ਵੀਂ ਪੀੜ੍ਹੀ ਇਸ ਮੋਬਾਈਲ ਨੈਟਵਰਕ ਦੀ, ਜਦੋਂ ਤੋਂ ਇਹ ਮੋਬਾਈਲ ਨੈਟਵਰਕ ਇਜਾਦ ਹੋਇਆ ਉਹਦੀ ਹੁਣ ਸਾਹਮਣੇ ਆਊਗੀ। ਜਿਹੜੇ ਗਲੋਬਲ ਵਾਇਰਲੈਸ ਸਟੈਂਡਰਡ ਆ 1G 2G 3G 4G ਤੋਂ ਬਾਅਦ ਇੱਕ ਨਵਾਂ ਨੈਟਵਰਕ ਸਾਡੇ ਸਾਹਮਣੇ ਆਊਗਾ ਜਿਹਦੇ ਵਿੱਚ ਸਾਰਿਆਂ ਨੂੰ ਵਰਚੁਅਲੀ ਇੱਕ ਦੂਜੇ ਦੇ ਨਾਲ ਜੋੜ ਦਿੱਤਾ ਜਾਊਗਾ, ਭਾਵੇਂ ਉਹ ਮਸ਼ੀਨਾਂ ਹੈ, ਭਾਵੇਂ ਆਬਜੈਕਟਸ ਆ ਤੇ ਭਾਵੇਂ ਡਿਵਾਈਸਿਸ ਆ। ਇਸ ਵੇਲੇ ਜਿਹੜਾ ਮਲਟੀ Gbps ਪੀਕ ਡਾਟਾ ਸਪੀਡ ਹੋਊਗੀ ਉਹ ਵੱਧ ਜਾਊਗੀ। ਵੀਡੀਓ ਬਹੁਤ ਜਲਦੀ ਤੁਸੀਂ ਡਾਊਨਲੋਡ ਕਰ ਸਕੋਗੇ, ਬਹੁਤ ਤੇਜ਼ੀ ਨਾਲ ਦੇਖ ਸਕੋਗੇ। ਨੈਟਵਰਕ ਬਹੁਤ ਵਧੀਆ ਹੋਊਗਾ, ਉਹਦੇ ਤੇ ਰਿਲਾਇਬਿਲਿਟੀ ਬਹੁਤ ਹੋਊਗੀ, ਜ਼ਿਆਦਾ ਉਹਦੇ ਤੇ ਭਰੋਸਾ ਕੀਤਾ ਜਾ ਸਕਦਾ ਹੋਊਗਾ। ਨੈਟਵਰਕ ਬਹੁਤ ਜ਼ਿਆਦਾ ਹੋਊਗਾ, ਕੋਈ ਵੀ ਇੱਦਾਂ ਦੀ ਜਗ੍ਹਾ ਨਹੀਂ ਹੋਊਗੀ ਜਿੱਥੇ ਨੈਟਵਰਕ ਨਹੀਂ ਹੈ, ਤੇ ਉਹ ਨੈਟਵਰਕ ਦੀ ਜਿਹੜੀ ਉਹਦੀ ਗੱਲ ਕਰਨ ਦੀ ਤੁਹਾਡੀ ਕੁਆਲਿਟੀ ਹੈ ਉਹ ਸਾਰਾ ਕੁਝ ਬਹੁਤ ਵਧੀਆ ਹੋਊਗਾ। ਅਵੇਲੇਬਿਲਿਟੀ ਇਹਦੇ ਨਾਲ ਵੱਧ ਜਾਊਗੀ। ਹੁਣ ਇਹ ਸਾਰੇ ਕੁਛ ਦੇ ਲਈ ਜਿਹੜਾ ਇਸ ਵੇਲੇ ਕੈਨੇਡਾ ਦੇ ਵਿੱਚ ਫੈਡਰਲ ਸਰਕਾਰ ਨੇ ਅਨਾਉਂਸਮੈਂਟ ਕਰ ਦੇਣੀ ਹੈ 5G ਦੇ ਲਈ। ਤੇ ਮਸਲਾ ਇਹ ਆ ਕਿ ਜਿਹੜਾ ਮੋਬਾਈਲ ਨੈਟਵਰਕ ਵਧੀਆ ਹੋਣਾ ਕੈਨੇਡਾ ਦੇ ਵਿੱਚ ਕਿਹੜੀ ਕੰਪਨੀ ਨੇ ਕਰਨਾ। ਜਦੋਂ ਮੋਬਾਈਲ ਨੈਟਵਰਕ 5G ਦੀ ਗੱਲਬਾਤ ਆਉਂਦੀ ਆ ਤਾਂ ਹਵਾਈ ਕੰਪਨੀ ਦਾ ਨਾਂ ਸਾਡੇ ਸਾਹਮਣੇ ਆਉਂਦਾ। ਹਵਾਈ ਤੁਹਾਨੂੰ ਯਾਦ ਕਰਵਾ ਦਈਏ ਕਿ ਕੈਨੇਡਾ ਨੇ ਮੈਂਗ ਵੌਨਜ਼ੂ ਇੱਕ ਸੀਨੀਅਰ ਹਵਾਈ ਐਗਜ਼ੀਕਿਊਟਿਵ ਸੀ, ਉਹਨੂੰ ਦਸੰਬਰ 2018 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਯੂਨਾਈਟਿਡ ਸਟੇਟਸ ਯਾਨੀ ਕਿ ਅਮਰੀਕਾ ਦੀ ਕਹਿਣ ਦੇ ਉੱਤੇ, ਉਹਨਾਂ ਦੀ ਬੇਨਤੀ ਦੇ ਉੱਤੇ। ਉਹਦੇ ਉੱਤੇ ਬਹੁਤ ਸਾਰੇ ਐਲੀਗੇਸ਼ਨ ਲੱਗੇ ਸੀ ਮੈਂਗ ਵੌਨਜ਼ੂ ਦੇ ਉੱਤੇ ਕਿ ਇਹਨੇ ਈਰਾਨ ਦੇ ਉੱਤੇ ਜਿਹੜੀਆਂ ਸੈਂਕਸ਼ਨ ਸੀ ਉਹਨਾਂ ਨੂੰ ਵਾਇਓਲੇਟ ਕੀਤਾ, ਉਹਨਾਂ ਪਾਬੰਦੀਆਂ ਨੂੰ, ਅਮਰੀਕਾ ਦੀਆਂ ਉਹਨਾਂ ਪਾਬੰਦੀਆਂ ਨੂੰ ਤੋੜਿਆ। ਚੀਨ ਦੀ ਇਹ ਰਹਿਣ ਵਾਲੀ ਸੀ, ਬਹੁਤ ਖਬਰਾਂ ਚਰਚਾ ਦੇ ਵਿੱਚ ਆਈਆਂ ਸੀ। ਥੋੜਾ ਚਿਰ ਪਹਿਲਾਂ ਹੀ ਇਹਨੂੰ ਆਜ਼ਾਦ ਕੀਤਾ ਗਿਆ। ਇਹ ਸਾਰਾ ਮਾਮਲਾ ਮੁੱਕਿਆ ਆ ਤੇ ਉਸ ਬੀਬੀ ਦਾ, ਉਸ ਮੈਂਗ ਵੌਨਜ਼ੂ ਦਾ ਸੰਬੰਧ ਹਵਾਈ ਕੰਪਨੀ ਦੇ ਨਾਲ ਸੀ ਜਿਹੜੀ ਕਿ ਮੋਬਾਈਲ ਨੈਟਵਰਕ ਦੇ ਨਾਲ ਬੇਸਿਕਲੀ ਡੀਲ ਕਰਦੀ ਆ। ਇਹ ਵੀ ਤੁਹਾਨੂੰ ਯਾਦ ਹੋਊਗਾ ਮੈਂਗ ਵੌਨਜ਼ੂ ਦੇ ਨਾਲ ਜਾਂ ਉਹਦੇ ਬਰਾਬਰ ਜਿਹੜੀ ਇੱਕ ਦੋ ਕੈਨੇਡੀਅਨ ਨੂੰ ਚੀਨ ਨੇ ਫੜ ਲਿਆ ਸੀ, ਮਾਈਕਲ ਕੋਵਰਿਗ ਤੇ ਮਾਈਕਲ ਸਪੈਵਰ। ਉਹਨਾਂ ਦੋਵਾਂ ਮਾਈਕਲ ਨੂੰ ਫੜਿਆ ਸੀ, ਉਹਦੇ ਤੋਂ ਬਾਅਦ ਫਿਰ ਉਹਨਾਂ ਨੂੰ ਛੱਡਿਆ ਗਿਆ। ਕੀ ਸਾਰਾ ਕੁਝ ਹੋਇਆ ਉਹ ਰੀਸੈਂਟਲੀ ਅਸੀਂ ਉਹ ਸਾਰਾ ਕੁਝ ਦੇਖਿਆ ਆ। ਹੁਣ ਇਹ ਕੰਪਨੀ ਜਿਹੜੀ ਹਵਾਈ ਕੰਪਨੀ ਆ, ਇਹ ਵੀ ਆਪਣੇ ਆਪ ਦੇ ਵਿੱਚ ਕੈਨੇਡਾ ਦੇ ਵਿੱਚ ਦਾਅਵੇਦਾਰ ਆ ਕਿ ਤੁਹਾਡਾ ਜਿਹੜਾ 5G ਨੈਟਵਰਕ ਆ ਜਾਣੀ ਕਿ ਵਧੀਆ ਮੋਬਾਈਲ ਦਾ ਨੈਟਵਰਕ ਦੇਣ ਦੇ ਲਈ ਅਸੀਂ ਸਾਹਮਣੇ ਆਵਾਂਗੇ, ਸਾਨੂੰ ਇਹ ਕੰਟਰੈਕਟ ਦਿੱਤਾ ਜਾਵੇ। ਹੁਣ ਇਸ ਵੇਲੇ ਇਹ ਗੱਲ ਚਰਚਾ ਦੇ ਵਿੱਚ ਆ ਕਿ ਕੀ ਚੀਨ ਦੀ ਇਸ ਕੰਪਨੀ ਨੂੰ ਜਿਹਦੇ ਨਾਲ ਐਡਾ ਵੱਡਾ ਰੌਲਾ ਕੈਨੇਡਾ ਦਾ ਪੈ ਚੁੱਕਿਆ ਇਹ ਕੰਟਰੈਕਟ ਦੇਣਾ ਚਾਹੀਦਾ ਜਾਂ ਉਹਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਕਹਿੰਦੇ ਇਹਨੂੰ ਨਹੀਂ ਕੀਤਾ ਜਾਣਾ ਚਾਹੀਦਾ। ਬਹੁਤ ਸਾਰੇ ਲੋਕ ਜਿਹੜੇ ਪੋਲੀਟੀਕਲ ਐਨਾਲਿਸਟ ਨੇ, ਜਿਹੜੇ ਤਿੱਖੀ ਨਜ਼ਰ ਰੱਖਦੇ ਨੇ ਸਾਰੇ ਮਾਮਲਿਆਂ ਦੇ ਉੱਤੇ, ਉਹ ਕਹਿੰਦੇ ਇਹਦੇ ਨਾਲ ਸਿਕਿਉਰਿਟੀ ਰਿਸਕ ਹੋ ਸਕਦਾ ਕਿ ਜਿਹੜੀ ਕੈਨੇਡਾ ਦੇ ਲੋਕਾਂ ਦੀ ਇਨਫੋਰਮੇਸ਼ਨ ਆ, ਜੇ ਉਹਦੇ ਉੱਤੇ ਚੀਨ ਦੀ ਕਿਸੇ ਕੰਪਨੀ ਦਾ ਹੀ ਕੰਮਕਾਰ ਹੋ ਗਿਆ ਵੀ ਉਹੀ ਸਾਰਾ ਕੁਝ ਕਰ ਰਹੀ ਹੈ, ਤਾਂ ਚੀਨ ਤੱਕ ਇਨਫੋਰਮੇਸ਼ਨ ਪਹੁੰਚਣ ਨੂੰ ਕਿੰਨਾ ਟਾਈਮ ਲੱਗੂਗਾ। ਬੀਜਿੰਗ ਤੱਕ ਇਹ ਸਾਰਾ ਕੁਝ ਪਹੁੰਚ ਸਕਦਾ ਆ। ਜਿਹੜੇ ਸੀਨੀਅਰ ਪ੍ਰੋਫੈਸਰਸ ਨੇ ਯੂਨੀਵਰਸਿਟੀਆਂ ਦੇ, ਜਿਹੜੇ ਇਸ ਇੰਟਰਨੈਸ਼ਨਲ ਗਵਰਨੈਂਸ ਨੂੰ ਦੇਖਦੇ ਆ, ਉਹ ਇਹ ਗੱਲ ਕਹਿ ਰਹੇ ਆ। ਉਹ ਕਹਿੰਦੇ ਬਹੁਤ ਨੇੜਿਓਂ ਚੀਨ ਦੀ ਸਰਕਾਰ ਦੇ ਨਾਲ ਇਹ ਕੰਪਨੀ ਜੁੜੀ ਆ ਤੇ ਇਹ ਸਾਨੂੰ ਕੁਛ ਨਾ ਕੁਛ ਹੋਰ ਸੋਚਣਾ ਪਊਗਾ, ਸਾਨੂੰ ਕਿਸੇ ਨਾ ਕਿਸੇ ਹੋਰ ਕੰਪਨੀ ਨੂੰ ਇਹ ਕੰਟਰੈਕਟ ਦੇਣਾ ਪਊਗਾ। ਜਦੋਂ ਕਿ ਇਸ ਵੇਲੇ ਹਵਾਈ ਕੰਪਨੀ ਇਹ ਕਹਿ ਰਹੀ ਆ ਕਿ ਫੈਡਰਲ ਗਵਰਨਮੈਂਟ ਦਾ 5G ਪਾਲਿਸੀ ਨੂੰ ਲੈ ਕੇ ਜਿਹੜਾ ਡਿਸੀਜਨ ਲਿਆ ਜਾਣਾ, ਅਸੀਂ ਬੇਨਤੀ ਕਰਦੇ ਹਾਂ, ਜਾਂ ਹਵਾਈ ਕੰਪਨੀ ਕਹਿ ਰਹੀ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਟੈਕਨੋਲੋਜੀ ਦੇ ਆਧਾਰ ਦੇ ਉੱਤੇ ਹੋਵੇ ਕਿ ਕਿਹੜੀ ਕੰਪਨੀ ਕੋਲੇ ਵਧੀਆ ਟੈਕਨੋਲੋਜੀ ਹੈ ਤੇ ਕਿਹੜੀ ਦੁਨੀਆ ਦੇ ਵਿੱਚ ਇਸ 5G ਨੈਟਵਰਕ ਨੂੰ ਚਲਾਉਂਦੀ ਹੈ, ਨਾ ਕਿ ਪੋਲਿਟਿਕਸ ਦੇ ਆਧਾਰ ਦੇ ਉੱਤੇ। ਇਹ ਵੀ ਉਹਨਾਂ ਨੇ ਕਿਹਾ ਕਿ ਸਾਡੇ 1600 EMPLOYE ਇਸ ਕੰਪਨੀ ਦੇ ਕੈਨੇਡਾ ਦੇ ਵਿੱਚ ਇਸ ਵੇਲੇ ਰਿਸਰਚ ਤੇ ਡਿਵੈਲਪਮੈਂਟ ਦੇ ਵਿੱਚ ਕੰਮਕਾਰ ਕਰ ਰਹੇ ਆ ਤੇ ਉਹ ਕਹਿੰਦੇ ਸਾਡਾ ਜਿਹੜਾ ਬਹੁਤ ਵੱਡਾ ਇੱਥੇ ਇਕਵਿਪਮੈਂਟ ਆ, ਸਾਡਾ ਨੈਟਵਰਕ ਆ, ਅਸੀਂ ਸਾਰੇ ਕੁਝ ਨੂੰ ਇਹਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਹ ਕਹਿੰਦੇ ਅਸੀਂ ਸਮਾਰਟਫੋਨ ਕੈਨੇਡਾ ਦੇ ਵਿੱਚ ਵੇਚਦੇ ਹਾਂ, ਅਸੀਂ ਈਅਰਬਡਸ ਵੇਚਦੇ ਹਾਂ, ਅਸੀਂ ਲੈਪਟਾਪਸ ਇੱਥੇ ਵੇਚਦੇ ਹਾਂ। ਤੇ ਹੁਣ ਜਿਹੜਾ ਕੁਐਸਚਨ ਆ ਇਸ ਕੰਪਨੀ ਦੇ ਉੱਤੇ ਹੈਗਾ ਕਿ ਇਸ 5G ਪਾਲਿਸੀ ਨੂੰ ਜਦੋਂ ਫੈਡਰਲ ਗਵਰਨਮੈਂਟ ਅਨਾਉਂਸ ਕਰਦੀ ਹੈ ਕਿ ਇਸ ਕੰਪਨੀ ਨੂੰ ਦਿੰਦੀ ਹੈ, ਲੋਕਾਂ ਦੇ ਵੱਲੋਂ ਵੀ ਵਿਰੋਧ ਹੋ ਸਕਦਾ ਕਿਉਂਕਿ ਦੋ ਮਾਈਕਲਸ ਨੂੰ ਉੱਥੇ ਚੀਨ ਦੇ ਵਿੱਚ ਫੜਿਆ ਜਾਣਾ ਇਸ ਕੰਪਨੀ ਦੀ ਇੱਕ ਐਗਜ਼ੀਕਿਊਟਿਵ ਦੇ ਵਿਰੋਧ ਦੇ ਵਿੱਚ ਬਹੁਤ ਲੰਬਾ ਸਮਾਂ ਇਹਦਾ ਰੌਲਾ ਰੱਪਾ ਜਿਹੜਾ ਪੈਂਦਾ ਰਿਹਾ ਆ। ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਇਹ ਕੰਪਨੀ ਕੁਝ ਵੀ ਗਲਤ ਨਾ ਕਰਨਾ ਚਾਹਵੇ, ਜਿਹੜੀ ਉੱਥੇ ਦੀ ਸਰਕਾਰ ਆ, ਜਿਹੜਾ ਉੱਥੇ ਦੀ ਉਹਨਾਂ ਦੀ ਪਾਲਿਸੀ ਆ, ਉਹ ਇਹਨਾਂ ਤੋਂ ਜ਼ੋਰ ਜ਼ਬਰਦਸਤੀ ਕੈਨੇਡਾ ਦੀ ਸਾਰੀ ਇਨਫੋਰਮੇਸ਼ਨ ਲੀਕ ਕਰਵਾ ਸਕਦੀ ਹੈ ਜਾਂ ਆਪਣੇ ਤੱਕ ਲਿਆ ਸਕਦੀ ਹੈ। ਹੁਣ ਕਿਸ ਤਰ੍ਹਾਂ ਜਿਹੜੀ ਇਹ ਮੀਟਿੰਗ ਹੁੰਦੀ ਹੈ, ਇਹਦੇ ਤੋਂ ਬਾਅਦ ਕੀ ਹੁੰਦਾ ਆ, ਹਾਲਾਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੈਨੇਡਾ ਇਕੱਲਾ ਇਹ ਦੇਸ਼ ਨਹੀਂ ਆ,
ਕੈਨੇਡਾ ਦੇ ਪਾਰਟਨਰ ਹੈਗੇ ਆ 5i ਇੰਟੈਲੀਜੈਂਸ ਸ਼ੇਅਰਿੰਗ ਅਲਾਈਅੰਸ ਜਿਹੜਾ ਹੈਗਾ ਯੂਨਾਈਟਿਡ ਸਟੇਟਸ, ਬ੍ਰਿਟੇਨ, ਆਸਟ੍ਰੇਲੀਆ, ਉਹਨਾਂ ਨੇ ਵੀ ਬਹੁਤ ਸਾਰੇ ਜਿਹੜੇ ਸਟੈਪ ਲਏ ਆ ਇਸ ਕੰਪਨੀ ਨੂੰ ਰੋਕਣ ਦੇ ਲਈ ਇਹਨਾਂ 5G ਨੈਟਵਰਕਸ ਦੇ ਮਾਮਲੇ ਦੇ ਵਿੱਚ। ਤੇ ਫੈਡਰਲ ਗਵਰਨਮੈਂਟ ਇਸ ਵੇਲੇ ਬਹੁਤ ਚੰਗੀ ਤਰ੍ਹਾਂ ਇਸ ਗੱਲ ਨੂੰ ਜਿਹੜਾ ਇਨਕਰੇਜ ਕਰ ਰਹੀ ਹੈ ਕਿ ਇਹਦੇ ਉੱਤੇ ਕਿਹੜਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਲਿਆ ਜਾਣਾ, ਇਸ ਕੰਪਨੀ ਨੂੰ ਠੇਕਾ ਦਿੱਤਾ ਜਾਊਗਾ, ਇਸ ਕੰਪਨੀ ਨੂੰ ਇਨਵੋਲਵ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਤੇ ਇਹਦੇ ਨਾਲ ਕਿੱਡਾ ਕੁ ਵੱਡਾ ਰਿਸਕ ਹੋ ਸਕਦਾ ਆ। ਤੇ ਜਿਹੜਾ ਪਿਛਲੇ ਸਮੇਂ ਲੰਬੇ ਸਮੇਂ ਤੋਂ ਜਿਹੜੀ ਇਹ 5G ਪਾਲਿਸੀ ਆ ਅਨਾਊਂਸਮੈਂਟ ਆਏ ਹੋਣੀ ਆ, ਤੇ ਇਹਦੇ ਤੋਂ ਬਾਅਦ ਜਿਹੜਾ ਇਹ ਜੀਓਪੋਲਿਟੀਕਲ ਡਰਾਮਾ ਇੱਕ ਬਣ ਗਿਆ ਸੀ ਆਟਵਾ ਤੇ ਬੀਜਿੰਗ ਦੇ ਵਿੱਚ, ਚੀਨ ਤੇ ਕੈਨੇਡਾ ਦੇ ਵਿੱਚ ਜੋ ਕੁਝ ਹੋਇਆ, ਭਾਵੇਂ ਅਮਰੀਕਾ ਦੇ ਕਹਿਣ ਦੇ ਉੱਤੇ ਉਹਨਾਂ ਦੇ ਕਹੇ ਅਨੁਸਾਰ ਉਸ ਮੈਂਗਵੈਂਜ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੋਇਆ ਸੀ। ਹੁਣ ਇਸ ਵੇਲੇ ਜਿਹੜੀਆਂ ਮੇਜਰ ਕੈਨੇਡੀਅਨ ਟੈਲੀਕਾਮ ਕੰਪਨੀਆਂ ਨੇ ਉਹ ਵੀ ਦੂਜੀਆਂ ਕੰਪਨੀਆਂ ਦੇ ਨਾਲ ਕੰਮ ਕਰ ਰਹੀਆਂ, ਚਾਹੇ ਉਹ ਸਵੀਡਨ ਦੀ ਐਰਿਕਸਨ ਆ, ਚਾਹੇ ਫਿਨਲੈਂਡ ਦੀ ਨੋਕੀਆ ਆ, ਚਾਹੇ ਸਾਊਥ ਕੋਰੀਆ ਦੀ ਸੈਮਸੰਗ ਆ, ਤੇ ਚਾਹੇ ਜਿਹੜੀਆਂ ਦੂਜੀਆਂ ਕੰਪਨੀਆਂ ਆ। ਤੇ ਇਸ ਮਾਮਲੇ ਦੇ ਵਿੱਚ ਹੁਣ ਇਹ ਗੱਲ ਕਾਫੀ ਚਰਚਾ ਦੇ ਵਿੱਚ ਆ ਕਿ ਕੀ 5G ਨੈਟਵਰਕ ਦੇ ਵਿੱਚ ਹਵਾਈ ਕੰਪਨੀ ਨੂੰ ਇਨਵੋਲਵ ਕੀਤਾ ਜਾਣਾ, ਇਹਦੇ ਨਾਲ ਕੀ ਜਿਹੜੀ ਹੈਗੀ ਆ ਸਾਈਬਰ ਸਿਕਿਉਰਿਟੀ ਰਿਸਕ ਹੋ ਸਕਦਾ ਆ, ਇਹਦੇ ਨਾਲ ਚੀਨ ਦੀ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਮਿਲ ਸਕਦੀ ਆ, ਜਾਂ ਸਿਰਫ ਤੇ ਸਿਰਫ ਜਿਹੜੀ ਇੱਕ ਕੰਪਨੀ ਦੀ ਟੈਕਨੋਲੋਜੀ ਆ, ਉਹਦਾ ਕੰਮ ਆ, ਉਹਦੀ ਦੁਨੀਆ ਦੇ ਵਿੱਚ ਉਹਦੇ ਵਿਗਿਆਨੀਆਂ ਦੀ ਦੇਣ ਆ, ਉਹਨੂੰ ਦੇਖ ਕੇ ਇਹਨਾਂ ਨੂੰ ਕੈਨੇਡਾ ਦੇ ਇਸ 5G ਨੈਟਵਰਕ ਪਾਲਿਸੀ ਅਨਾਊਂਸਮੈਂਟ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ। ਥੋੜ੍ਹੇ ਸਮੇਂ ਦੇ ਵਿੱਚ ਇਹ ਫੈਸਲਾ ਸਾਡੇ ਸਾਹਮਣੇ ਹੋਊਗਾ, ਪਰ ਹਵਾਈ ਕੰਪਨੀ ਦੀ 5G ਨੈਟਵਰਕ ਦੇ ਵਿੱਚ ਇਨਵੋਲਵਮੈਂਟ ਹੋਣੀ ਜਾਂ ਨਹੀਂ ਹੋਣੀ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਕਾਫੀ ਚਰਚਾ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਇੱਕ ਹੋਰ ਖਬਰ ਦੇ ਉੱਤੇ ਕਾਫੀ ਗੱਲਬਾਤ ਹੋ ਰਹੀ ਹੈ, ਕਿਉਂਕਿ ਤੀਜੀ ਐਨੀਵਰਸਰੀ ਜਾਂ ਕਹ ਲਓ ਤੀਜਾ ਸਾਲ ਆ ਐਸੀ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਵੇਕੈਂਟ ਹੋਮ ਤੇ ਸਪੈਕੂਲੇਸ਼ਨ ਟੈਕਸ ਲਾਇਆ ਗਿਆ ਸੀ। ਪ੍ਰੋਵਿੰਸ ਨੇ ਟੈਕਸ ਲਾਇਆ ਸੀ ਤਾਂ ਕਿ ਜਿੰਨੇ ਵੀ ਖਾਲੀ ਘਰ ਕੈਨੇਡਾ ਦੇ ਵਿੱਚ ਪਏ ਆ ਉਹਨਾਂ ਨੂੰ ਰਹਿਣ ਯੋਗ ਬਣਾਇਆ ਜਾਵੇ, ਜਾਂ ਖਾਲੀ ਨਾ ਰਹਿਣ, ਜਾਂ ਤਾਂ ਉਹਨੂੰ ਕਿਰਾਏ 'ਤੇ ਦਿੱਤਾ ਜਾਵੇ, ਜਾਂ ਉਹਨਾਂ ਦੇ ਵਿੱਚ ਜਿਹੜੇ ਮਾਲਕ ਮਕਾਨ ਆ ਉਹ ਆਪ ਰਹਿਣ। ਮਾਮਲਾ ਬੜਾ ਸਿੱਧਾ ਆ ਕਿ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡਾ ਦਾ ਜਿਹੜਾ ਸੂਬਾ ਬ੍ਰਿਟਿਸ਼ ਕੋਲੰਬੀਆ ਆ, ਇਹਦੇ ਵਿੱਚ ਘਰਾਂ ਦੀ ਡਿਮਾਂਡ ਜ਼ਿਆਦਾ ਆ, ਸਪਲਾਈ ਘੱਟ ਆ। ਜਿੰਨੇ ਘਰ ਚਾਹੀਦੇ ਆ ਲੋਕਾਂ ਦੇ ਰਹਿਣ ਦੇ ਲਈ ਜਾਂ ਲੋਕਾਂ ਨੂੰ ਖਰੀਦਣ ਦੇ ਲਈ, ਓਨੇ ਘਰ ਵਿਕਣ ਲਈ ਨਹੀਂ ਆ, ਤੇ ਇਸ ਕਰਕੇ ਘਰਾਂ ਦੀਆਂ ਕੀਮਤਾਂ ਵਧ ਰਹੀਆਂ ਔਰ ਇਹ ਕੰਮ ਲੰਬੇ ਸਮੇਂ ਤੋਂ ਹੋ ਰਿਹਾ। ਇਹਨੂੰ ਰੋਕਣ ਦੇ ਲਈ ਪ੍ਰੋਵਿੰਸ਼ੀਅਲ ਸਰਕਾਰ ਨੇ ਇੱਕ ਟੈਕਸ ਲਾਇਆ ਸੀ ਕਿ ਜਿਹੜਾ ਵੇਕੈਂਟ ਹੋਮ ਆ ਉਹਨਾਂ ਨੂੰ ਟੈਕਸ ਲਾਇਆ ਜਾਊਗਾ, ਉਹਨਾਂ ਨੂੰ ਵੱਧ ਟੈਕਸ ਦੇਣਾ ਪਊਗਾ, ਕਿਉਂਕਿ ਕਈ ਲੋਕ ਘਰ ਲੈ ਕੇ ਬਾਹਰ ਚਲੇ ਜਾਂਦੇ ਆ ਜਾਂ ਬਾਹਰਲੇ ਲੋਕ ਇੱਥੇ ਘਰ ਲੈ ਕੇ ਖਾਲੀ ਛੱਡ ਦਿੰਦੇ ਆ, ਤੇ ਉਹਦੇ ਨਾਲ ਨਾ ਤਾਂ ਲੋਕਾਂ ਦੀ ਵਰਤੋਂ ਦੇ ਵਿੱਚ ਆਉਂਦਾ, ਪਰ ਇੱਕ ਪਾਸੇ ਘਰ ਖਾਲੀ ਪਏ ਆ, ਵਿਹਲੇ ਪਏ ਆ, ਦੂਜੇ ਪਾਸੇ ਲੋਕ ਘਰ ਲੱਭਦੇ ਫਿਰਦੇ ਆ। ਇਸ ਚੀਜ਼ ਨੂੰ ਦੂਰ ਕਰਨ ਦੇ ਲਈ ਜਿਹੜਾ ਇਹ ਟੈਕਸ ਲਾਇਆ ਗਿਆ ਸੀ ਲੋਕਾਂ ਨੂੰ ਘਰਾਂ ਦੇ ਵਿੱਚ, ਜਿੱਦਾਂ ਕਿ ਬ੍ਰਿਟਿਸ਼ ਕੋਲੰਬੀਆ 'ਚ ਸਾਰਿਆਂ ਦੇ ਘਰਾਂ ਦੇ ਵਿੱਚ ਉਹ ਲੈਟਰਸ ਆਈਆਂ ਕਿ ਜਿਹੜਾ ਇਸ ਘਰ ਦੇ ਵਿੱਚ ਰਹਿੰਦਾ ਆ ਉਹ ਭਰ ਕੇ ਭੇਜ ਦਿੰਦਾ ਕਿ ਮੈਂ ਇਸ ਘਰ ਦੇ ਵਿੱਚ ਰਹਿ ਰਿਹਾ, ਤੇ ਜਿਹੜਾ ਨਹੀਂ ਰਹਿੰਦਾ ਉਹਨੂੰ ਉਹ ਟੈਕਸ ਆਟੋਮੈਟਿਕਲੀ ਲੱਗ ਜਾਂਦਾ ਹੈ। ਹਾਲਾਂਕਿ ਬਹੁਤ ਗਿਣਤੀ ਜਿਹੜੀ ਆ ਉਹ ਘਰਾਂ ਦੇ ਵਿੱਚ ਰਹਿੰਦੀ ਆ, ਬਹੁਤੇ ਇਸ ਗੱਲ ਤੋਂ ਬਚ ਜਾਂਦੇ ਆ, ਪਰ ਫਿਰ ਵੀ ਹੁਣ ਜਦੋਂ 3rd ਐਨੀਵਰਸਰੀ ਆ ਤਾਂ ਇਹਦੇ ਉੱਤੇ ਗੱਲਬਾਤ ਚੱਲ ਰਹੀ ਹੈ ਵੀ ਇਹਦੇ ਨਾਲ ਫਾਇਦਾ ਹੋਇਆ ਕੋਈ ਕੀ। ਜਿਹੜਾ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਇਹ ਟੈਕਸ ਲਾਇਆ ਸੀ, ਐਮਟੀ ਹੋਮ ਟੈਕਸ ਲਾਇਆ ਸੀ, ਇਹਦੇ ਵੇਕੈਂਟ ਹੋਮ ਜਿਹੜਾ ਸਪੈਕੂਲੇਸ਼ਨ ਟੈਕਸ ਹੈਗਾ, ਇਹਦੇ ਨਾਲ ਕੋਈ ਫਰਕ ਪਿਆ? ਕੀ ਘਰ ਸਸਤੇ ਹੋਏ? ਘਰ ਤਾਂ ਹੋਰ ਮਹਿੰਗੇ ਹੋ ਰਹੇ ਆ। ਹੁਣ ਮੰਨਿਆ ਜਾ ਰਿਹਾ ਕਿ ਇਹਨੂੰ ਇਸ ਵੇਲੇ ਇਸ ਤਰ੍ਹਾਂ ਐਨਾਲਾਈਜ਼ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਨਾਲ ਘਰ ਸਸਤੇ ਹੋਏ ਜਾਂ ਨਹੀਂ ਹੋਏ, ਕਿਉਂਕਿ ਘਰਾਂ ਦੇ ਮਹਿੰਗੇ ਹੋਣ ਵਿੱਚ ਬਹੁਤ ਸਾਰੇ ਫੈਕਟਰ ਨੇ। ਐਕਸਪਰਟ ਇਸ ਵੇਲੇ ਕਹਿ ਰਹੇ ਆ ਕਿ ਇਹਦੇ ਫਾਇਦੇ ਨੂੰ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਦੇਖਿਆ ਨਹੀਂ ਜਾ ਸਕਦਾ। ਜਿਹੜੀ BC ਮਿਨਿਸਟਰੀ ਆਫ ਫਾਈਨੈਂਸ ਆ ਉਹ ਉਹਨਾਂ ਨੇ 22 ਪੇਜਾਂ ਦੀ ਇੱਕ ਟੈਕਨੀਕਲ ਬਰੀਫਿੰਗ ਦਿੱਤੀ ਆ, ਪਬਲਿਕ ਕੀਤੀ ਆ ਬੁੱਧਵਾਰ ਨੂੰ, ਜਿਹਦੇ ਵਿੱਚ ਉਹਨਾਂ ਨੇ ਜਿਹੜਾ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ ਆ ਉਹਦੀ ਫਿਗਰਸ ਨੂੰ ਵੀ ਕੋਈ ਸਾਹਮਣੇ ਕੀਤਾ, ਤੇ ਉਹ ਕਹਿੰਦੇ ਜਿਹੜਾ ਟੈਕਸ ਆ ਇਹਦੇ ਨਾਲ ਜਿਹੜਾ ਟੈਕਸ ਸਰਕਾਰ ਨੇ ਲਾਇਆ ਸੀ 18,000 ਯੂਨਿਟਸ, 18,000 ਘਰ ਜਿਹੜੇ ਆ ਉਹ ਲੌਂਗ ਟਰਮ ਰੈਂਟਲ ਮਾਰਕੀਟ ਦੇ ਵਿੱਚ ਗ੍ਰੇਟਰ ਵੈਨਕੂਵਰ ਦੇ ਵਿੱਚ 2019 ਤੇ 2020 ਦੇ ਵਿੱਚ ਆਏ ਆ, ਤੇ ਜਿਹੜੀ ਕਿ ਇਹਦੀ ਇੱਕ ਬਹੁਤ ਵੱਡੀ ਪ੍ਰਾਪਤੀ ਆ। ਟੈਕਸ 2018 ਦੇ ਵਿੱਚ ਪ੍ਰੀਮੀਅਰ ਜੌਨ ਹੌਰਗਨ ਦੀ NDP ਸਰਕਾਰ ਦੁਆਰਾ ਜਿਹੜਾ ਇਹ ਸਾਹਮਣੇ ਲਿਆਂਦਾ ਗਿਆ ਸੀ, ਕਿਉਂਕਿ ਰੈਂਟਲ ਪ੍ਰਾਈਸ ਬਹੁਤ ਜ਼ਿਆਦਾ ਸੀ, ਜਿਹੜੇ ਵੀ ਖਾਲੀ ਘਰ ਨੇ ਉਹਨਾਂ ਦੇ ਉੱਤੇ ਇਹ ਟੈਕਸ ਅਪਲਾਈ ਹੁੰਦਾ ਸੀ। ਭਾਵੇਂ ਥੋੜ੍ਹੇ ਸਮੇਂ ਵਿੱਚ ਦੱਸਿਆ ਜਾ ਰਿਹਾ ਕਿ ਮੈਟਰੋ ਵੈਨਕੂਵਰ ਦੇ ਵਿੱਚ ਜਿਹੜੇ ਕਿਰਾਏ ਆ ਉਹ ਥੋੜ੍ਹੇ ਜਿਹੇ ਘਟੇ ਆ, ਪਰ ਕੀਮਤਾਂ ਲਗਾਤਾਰ ਵੱਧ ਰਹੀਆਂ। ਘਰ ਮਾਰਕੀਟ ਦੇ ਵਿੱਚ ਬਿਲਕੁਲ ਵੀ ਮਿਲ ਨਹੀਂ ਰਹੇ। ਜਿਹੜੇ ਸੌਡਰ ਸਕੂਲ ਆਫ ਬਿਜ਼ਨਸ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਕੁਝ ਪ੍ਰੋਫੈਸਰ ਨੇ ਉਹ ਵੀ ਇਹੀ ਕਹਿ ਰਹੇ ਆ ਕਿ ਇਹਦੇ ਵਿੱਚ ਫੈਕਟਰ ਬਹੁਤ ਸਾਰੇ ਇਨਵੋਲਵ ਨੇ, ਕਿ ਕਿੰਨੇ ਕੁ ਇਸ ਟੈਕਸ ਦੇ ਨਾਲ ਲੋਕਾਂ ਦੇ ਉੱਤੇ ਅਸਰ ਪਿਆ, ਕਿੰਨੇ ਕੁ ਇਸ ਟੈਕਸ ਦੇ ਨਾਲ ਲੋਕਾਂ ਨੇ ਘਰ ਕਿਰਾਏ 'ਤੇ ਚਾੜ ਦਿੱਤੇ,
ਤੇ ਕਿੰਨੇ ਕੁ ਲੋਕਾਂ ਨੇ ਵੀ ਇਹ ਟੈਕਸ ਜ਼ਿਆਦਾ ਦੇ ਦਿੱਤਾ ਪਰ ਖਾਲੀ ਰੱਖੇ, ਇਹਨੂੰ ਹਜੇ ਤੱਕ ਇਸ ਤਰ੍ਹਾਂ ਦੇਖਿਆ ਜਾਂ ਸਮਝਿਆ ਨਹੀਂ ਜਾ ਸਕਦਾ। ਉਹ ਕਹਿੰਦੇ ਆ ਕਿ ਜਿਹੜਾ ਇੱਕ ਗੱਲ ਪੱਕੀ ਆ ਕਿ ਇਹਦੇ ਨਾਲ ਮਾਰਕੀਟ ਦੇ ਵਿੱਚ ਜਿਹੜੇ ਰੈਂਟਲ ਯੂਨਿਟ ਨੇ ਉਹ ਵਧੇ ਆ, ਉਹਦੇ ਨਾਲ ਇੱਕ ਜ਼ਿਆਦਾ ਘਰ ਇੱਥੇ ਆਏ ਆ ਜਿਹੜੇ। ਦੂਜੀ ਗੱਲ ਆ ਕਿ ਲੋਕਾਂ ਨੇ ਲੈ ਕੇ ਜਿਹੜੇ ਘਰ ਖਾਲੀ ਛੱਡਣੇ ਸੀ ਉਹਦੇ ਵਿੱਚ ਵੀ ਕਮੀ ਆਈ ਆ। ਹਾਂ, ਓਵਰਆਲ ਜਿਹੜੀ ਘਰਾਂ ਦੀਆਂ ਕੀਮਤਾਂ ਨੂੰ ਇਹ ਘੱਟ ਨਹੀਂ ਕਰ ਸਕੀ, ਇਹ ਵੱਖਰੀ ਗੱਲ ਆ, ਪਰ ਇਸ ਵੇਲੇ ਰੈਂਟਲ ਮਾਰਕੀਟ ਰਿਪੋਰਟ ਦੱਸ ਰਹੀ ਆ ਕਿ ਕੁਛ ਨਾ ਕੁਛ ਇਹਦੇ ਨਾਲ ਫਰਕ ਪਿਆ ਆ। ਜਿਹੜੀ CHMC ਆ ਉਹ ਇਸ ਵੇਲੇ ਉਹਦੀ ਰਿਪੋਰਟ ਜਿਹੜੀ ਆ ਉਹ ਦੱਸ ਰਹੀ ਆ ਕਿ 2020 ਦੇ ਵਿੱਚ 3631 ਜਿਹੜੇ ਸੀਗੇ 7137 ਕੌਂਡੋਆਂ ਦੇ ਵਿੱਚੋਂ ਹੋਰ ਰੈਂਟਲ ਮਾਰਕੀਟ ਦੇ ਵਿੱਚ ਐਡ ਹੋਏ ਆ, ਜਿਹੜੇ ਲੌਂਗ ਟਰਮ ਰੈਂਟਲ ਮਾਰਕੀਟ ਦੇ ਵਿੱਚ ਸ਼ਾਮਲ ਹੋਏ ਆ। ਤੇ ਇਹਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਿਹੜੀ ਘਰਾਂ ਦੀਆਂ ਕੀਮਤਾਂ ਅਜੇ ਵੀ ਇਸੇ ਤਰ੍ਹਾਂ ਵੱਧ ਰਹੀਆਂ ਆ। ਤੇ ਇਹ ਵੀ ਉਹਨਾਂ ਨੇ ਦੱਸਿਆ BC ਸਰਕਾਰ ਨੇ ਓਵਰਆਲ ਜਿਹੜਾ ਇਹ ਟੈਕਸ ਲੱਗਿਆ, ਭਾਵੇਂ ਕਿ ਜਿੱਦਾਂ ਪਹਿਲਾਂ ਕਿ ਬਹੁਤ ਸਾਰੇ ਲੋਕਾਂ ਨੇ ਟੈਕਸ ਨਹੀਂ ਦਿੱਤਾ, ਪਰ ਫਿਰ ਵੀ $231 ਮਿਲੀਅਨ ਸਪੈਕੂਲੇਸ਼ਨ ਤੇ ਵੈਕੈਂਸੀ ਟੈਕਸ ਤੋਂ BC NDP ਸਰਕਾਰ ਕਹਿ ਰਹੀ ਆ ਕਿ ਉਹਨਾਂ ਨੇ ਰੇਜ਼ ਕੀਤਾ ਆ। ਸੋ ਇਹ ਜਿਹੜਾ 2020 ਦੇ ਵਿੱਚ ਜਿਹੜਾ ਈਅਰ ਸੀਗਾ ਉਹਦੇ ਵਿੱਚ ਸਪੈਕੂਲੇਸ਼ਨ ਤੇ ਵੈਕੈਂਸੀ ਟੈਕਸ ਸੀਗਾ ਉਹ $80 ਮਿਲੀਅਨ $81 ਮਿਲੀਅਨ ਹੋਰ ਵਧਣ ਦੀ ਆਸ ਦੱਸੀ ਜਾ ਰਹੀ ਆ। ਸੋ ਇਸ ਵੇਲੇ 99% ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਵੇਕੈਂਸੀ ਤੇ ਵੇਕੈਂਟ ਹੋਮ ਤੇ ਸਪੈਕੂਲੇਸ਼ਨ ਟੈਕਸ ਦਾ ਕੋਈ ਵੀ ਫਰਕ ਨਹੀਂ ਪਿਆ 99% ਲੋਕਾਂ ਦੇ, ਪਰ ਜਿਹੜੇ 1% ਦੇ ਉੱਤੇ ਪਿਆ ਉਹਦੇ ਨਾਲ ਦੱਸਿਆ ਜਾ ਰਿਹਾ ਕਿ ਇੱਕ ਵੱਡਾ ਰੈਵਨਿਊ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਆਇਆ ਆ। ਪਰ ਘਰਾਂ ਦੀਆਂ ਕੀਮਤਾਂ ਇਹਦੇ ਨਾਲ ਘੱਟ ਹੋਈਆਂ ਜਾਂ ਨਹੀਂ ਹੋਈਆਂ, ਕਿੰਨਾ ਕੁ ਫਰਕ ਪਿਆ, ਇਸ ਮਾਮਲੇ ਦੇ ਉੱਤੇ ਮਾਹਰ ਵੱਖ-ਵੱਖ ਰਾਵਾਂ ਰੱਖ ਰਹੇ। ਕੈਨੇਡਾ ਵਰਗਾ ਵਿਕਸਿਤ ਦੇਸ਼ ਹਮੇਸ਼ਾ ਇਸ ਯਤਨ ਵਿੱਚ ਰਹਿੰਦਾ ਕਿ ਜਿਹੜੇ ਉੱਥੋਂ ਦੇ ਰਹਿਣ ਵਾਲੇ ਵਸਿੰਦੇ ਨੇ, ਉੱਥੋਂ ਦੇ ਨਾਗਰਿਕ ਨੇ, ਉੱਥੋਂ ਦੇ ਲੋਕ ਨੇ, ਉਹਨਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾਣ, ਜਾਂ ਇੱਦਾਂ ਕਹਿ ਲਓ ਕਿ ਜਿਹੜੀਆਂ ਅਣਆਈ ਮੌਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਮੀ ਕਰਨ ਦੇ ਲਈ ਹਮੇਸ਼ਾ ਹੀ ਯਤਨ ਕੀਤੇ ਜਾਂਦੇ ਆ ਕਿ ਚਾਹੇ ਉਹ ਕਿਸੇ ਬਿਮਾਰੀ ਦੇ ਨਾਲ, ਕਿਸੇ ਐਕਸੀਡੈਂਟ ਦੇ ਨਾਲ ਜਿਹੜੀਆਂ ਹੋਣ ਵਾਲੀਆਂ ਮੌਤਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਘਟਾਇਆ ਜਾ ਸਕੇ, ਉਹਨਾਂ ਦੀ ਗਿਣਤੀ ਘੱਟ ਕੀਤੀ ਜਾ ਸਕੇ। ਐਨਾਲਾਈਜ਼ ਕੀਤਾ ਜਾਂਦਾ ਕਿ ਕਿੰਨੀਆਂ ਮੌਤਾਂ ਕਿਹੜੀ ਬਿਮਾਰੀ ਦੇ ਨਾਲ ਹੁੰਦੀਆਂ। ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖਿਆ ਜਾਂਦਾ ਕਿ ਇੱਥੇ ਸਾਲ ਦੇ ਵਿੱਚ ਕਿੰਨੀਆਂ ਮੌਤਾਂ ਹੁੰਦੀਆਂ ਤੇ ਉਹਦੇ ਵਿੱਚੋਂ ਕਿਹੜੀ ਬਿਮਾਰੀ ਜਾਂ ਕਿਹੜਾ ਕਾਰਨ ਆ ਜਿਹੜਾ ਜ਼ਿੰਮੇਵਾਰ ਆ ਮੌਤਾਂ ਦੇ ਲਈ, ਕੈਂਸਰ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 28% ਲੋਕ ਇੱਕ ਸਾਲ ਦੇ ਵਿੱਚ ਕੈਂਸਰ ਨਾਲ ਮਰ ਜਾਂਦੇ, ਮਤਲਬ 1,80,000 ਤੋਂ ਜ਼ਿਆਦਾ ਮੌਤਾਂ ਇੱਕ ਸਾਲ ਦੇ ਵਿੱਚ ਕੈਂਸਰ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁੰਦੀਆਂ। ਤੇ ਇਸੇ ਤਰ੍ਹਾਂ ਹੀ ਜਿਹੜਾ ਹਾਰਟ ਨਾਲ, ਦਿਲ ਦੇ ਰੋਗਾਂ ਨਾਲ ਸੰਬੰਧਿਤ ਬਿਮਾਰੀਆਂ ਆ, 18% ਤੋਂ ਜ਼ਿਆਦਾ ਮੌਤਾਂ ਉਹਦੇ ਨਾਲ ਹੁੰਦੀਆਂ। ਤੇ ਫਿਰ ਐਕਸੀਡੈਂਟਸ ਦੇ ਨਾਲ ਜਿੱਦਾਂ 4-5% ਲੋਕ ਮਰਦੇ ਆ, ਬਾਕੀ ਸਾਰੀ ਲੰਬੀ ਗਿਣਤੀ ਇਸ ਤਰ੍ਹਾਂ ਦੀ ਆ। ਪਰ ਦੋ ਮੇਜਰ ਕਾਜ਼, ਪਹਿਲਾ ਨੰਬਰ ਕੈਂਸਰ, ਦੂਜਾ ਨੰਬਰ ਜਿਹੜਾ ਹਾਰਟ ਪ੍ਰੋਬਲਮਸ। ਕੋਵਿਡ ਤੋਂ ਪਹਿਲਾਂ ਦੇ ਜਿਹੜੇ ਅੰਕੜੇ ਆ ਇਹ ਇਸ ਤਰ੍ਹਾਂ ਇਹਨਾਂ ਨੂੰ ਦੱਸਿਆ ਜਾਂਦਾ। ਹੁਣ ਇਸ ਵੇਲੇ ਸਰਕਾਰ ਕੀ ਯਤਨ ਕਰ ਰਹੀ ਆ ਕਿ ਹਾਰਟ ਅਟੈਕ ਦੇ ਨਾਲ, ਹਾਰਟ ਫੇਲੂਅਰ ਦੇ ਨਾਲ, ਜਾਂ ਦਿਲ ਦੀ ਕਿਸੇ ਬਿਮਾਰੀ ਦੇ ਨਾਲ, ਜਦੋਂ ਦਿਲ ਦਾ ਦੌਰਾ ਬੰਦੇ ਨੂੰ ਪੈ ਜਾਂਦਾ, ਉਹਦੇ ਤੋਂ ਬਾਅਦ ਉਹਨੂੰ ਬਚਾਇਆ ਕਿੱਦਾਂ ਜਾ ਸਕਦਾ, ਉਹਦੇ ਲਈ ਕੀ ਕੀਤਾ ਜਾ ਸਕਦਾ, ਇਹ ਖਾਸ ਤੌਰ ਦੇ ਉੱਤੇ ਯਤਨ ਕੀਤੇ ਜਾ ਰਹੇ ਆ। ਬਹੁਤ ਸਾਰੇ ਲੋਕ ਜਿਹੜੇ ਵੈਨਕੂਵਰ ਦੇ ਵਿੱਚ ਰਹਿੰਦੇ ਆ ਉਹ ਆਪਣੀ ਕਹਾਣੀ ਸੁਣਾ ਰਹੇ ਆ ਕਿ ਉਹਨਾਂ ਨੂੰ ਜਿਹੜਾ ਇੱਕਦਮ ਕਾਰਡੀਅਕ ਅਰੈਸਟ, ਉਹਦੇ ਲਈ ਉਹਨਾਂ ਦੇ ਟੈਕਨੀਕਲ ਟਰਮਸ ਨੇ ਕਿ ਦਿਲ ਦਾ ਕੋਈ ਰੋਗ ਹੋਇਆ, ਉਹਨਾਂ ਨੂੰ ਜਿਹੜਾ ਜਲਦੀ ਹਸਪੀਟਲ ਲੈ ਕੇ ਗਏ, ਉੱਥੇ ਲਿਜਾ ਕੇ ਉਹਨਾਂ ਨੂੰ ਸ਼ੌਕ ਥੈਰੇਪੀ ਜਿਹੜੀ ਉਸ ਤਰੀਕੇ ਦੇ ਨਾਲ ਦਿੱਤੀ ਗਈ ਤੇ ਉਹਨਾਂ ਦੀ ਜਾਨ ਬਚ ਗਈ। ਡੀਫਿਬਰਿਲੇਟਰ ਉਹਨੂੰ ਕਹਿੰਦੇ ਆ, ਤੇ ਉਹਦੇ ਨਾਲ ਕਹਿੰਦੇ ਉਹਨਾਂ ਦੀ ਜਾਨ ਬਚ ਗਈ, ਜਿਹੜਾ ਨਕਲੀ ਤੌਰ ਦੇ ਉੱਤੇ ਉਹਨੂੰ ਫਿਰ ਦਿੱਤਾ ਜਾਂਦਾ। ਪਰ ਉਹਦੇ ਦਿਲ ਨੂੰ ਬਾਹਰੋਂ ਕੋਈ ਸਪੋਰਟ ਦੇ ਕੇ ਚਾਲੂ ਕਰਨ ਦੇ ਲਈ ਉਸ ਵਿਅਕਤੀ ਦਾ ਹਸਪਤਾਲ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ। ਤੇ ਇਹ ਗੱਲ ਸਾਹਮਣੇ ਆਉਂਦੀ ਆ ਕਿ ਬਹੁਤ ਸਾਰੇ ਲੋਕ, ਉਹਨਾਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਜਾਂ ਜਿੰਨੇ ਚਿਰ ਉਹਨਾਂ ਨੇ ਹਸਪਤਾਲ ਦੇ ਵਿੱਚ ਪਹੁੰਚਣਾ, ਜਿਹੜੇ ਉਸ ਤਰੀਕੇ ਦੇ ਨਾਲ ਜਿਹੜਾ ਡਿਫਿਬਰਿਲੇਟਰ ਦੇ ਨਾਲ ਬਚ ਸਕਦੇ ਆ, ਉਹਨਾਂ ਨੂੰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਆ। ਸਰਕਾਰ ਯਤਨ ਕੀ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਸਪੋਰਟ ਜਿਹੜੇ ਡਾਕਟਰਸ ਜਾਂ ਐਮਰਜੈਂਸੀ ਰਿਸਪੋਂਡੈਂਟ ਨੇ ਉਹਨਾਂ ਸਾਰਿਆਂ ਦੇ ਕੋਲ ਹੋਵੇ ਤੇ ਮਰੀਜ਼ ਉਹਨਾਂ ਕੋਲ ਜਲਦੀ ਤੋਂ ਜਲਦੀ ਪਹੁੰਚੇ। ਇਹਦੇ ਨਾਲ ਐਂਬੂਲੈਂਸ ਤਾਂ ਇੱਕ ਜ਼ਰੀਆ ਹੋ ਸਕਦੀ ਆ। ਸਰਕਾਰ ਹੁਣ ਇਹ ਕਰ ਰਹੀ ਆ, ਜਾਂ ਕੁਛ ਜਿਹੜੇ ਮਿਊਨਿਸਪੈਲਿਟੀਜ਼ ਨੇ ਉਹ ਇਹ ਕਰ ਰਹੀਆਂ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਤੱਕ ਇਹ ਸਹੂਲਤ ਜਿਹੜੀ ਆ ਉਹ ਦਿੱਤੀ ਜਾਵੇ। ਕੱਲ੍ਹ ਨੂੰ ਮੰਗਲਵਾਰ ਨੂੰ ਵੈਨਕੂਵਰ ਨੇ ਇਹ ਚੀਜ਼ ਡਿਸਾਈਡ ਕਰਨੀ ਆ ਕਿ ਹਜ਼ਾਰਾਂ ਜਿਹੜੇ ਪਬਲਿਕਲੀ ਅਸੈਸੀਬਲ ਮਸ਼ੀਨਾਂ ਨੇ ਕੈਬਨਿਟਸ ਦੇ ਵਿੱਚ ਰੱਖ ਕੇ, ਜਾਂ ਨੈਲੈਕਸੋਨ ਦੀਆਂ ਜਿਹੜੀਆਂ ਕਿਟਸ ਨੇ, ਇਹਨਾਂ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਰੱਖਿਆ ਜਾਣਾ ਕਿ ਨਹੀਂ ਜਾਣਾ। ਮਤਲਬ ਕੀ ਆ, ਸਕੀਮ ਕੀ ਆ ਕਿ ਇਹ ਜਿਹੜੀਆਂ ਮਸ਼ੀਨਾਂ ਨੇ, ਡੀਫਿਬਰਿਲੇਟਰ ਨੇ, ਜਾਂ ਜਿਹੜੀਆਂ
ਨਲੈਕਸੋਨ ਕਿਟਸ ਨੇ, ਇਹ ਕਿਟਸ ਉਹ ਨੇ ਜਿਨ੍ਹਾਂ ਦੇ ਵਿੱਚ ਇੰਜੈਕਸ਼ਨ ਵਗੈਰਾ ਹੁੰਦੀ ਕਿ ਕੋਈ ਬੰਦੇ ਨੇ ਕਿਤੇ ਨਸ਼ਾ ਵੱਧ ਘੱਟ ਕਰ ਲਿਆ ਤੇ ਉਸੇ ਵੇਲੇ ਇੰਜੈਕਸ਼ਨ ਚੱਕ ਕੇ ਆਪਣੇ ਲਾ ਸਕਦਾ ਆ, ਜਾਂ ਕਿਸੇ ਨੂੰ ਕੋਈ ਹਾਰਟ ਅਟੈਕ ਹੋ ਗਿਆ ਜਾਂ ਉਹਨੂੰ ਹਾਰਟ ਅਟੈਕ ਵਰਗੀ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਇਸ ਮਸ਼ੀਨ ਦੀ ਚੱਕ ਕੇ ਵਰਤੋਂ ਕਰ ਸਕਦਾ ਆਪਣੇ ਆਪ। ਤੇ ਇਹ ਪਬਲਿਕ ਪਲੇਸਿਸ ਦੇ ਉੱਤੇ ਇੱਕ ਕੈਬਨਿਟਸ ਬਣਾ ਕੇ ਇਸ ਤਰ੍ਹਾਂ ਪਬਲਿਕ ਪਲੇਸ ਦੇ ਉੱਤੇ ਪਈਆਂ ਹੋਣ, ਤੇ ਜੇ ਬੰਦੇ ਨੂੰ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਉੱਥੇ ਜਾ ਕੇ ਉਹ ਸਿੱਧਾ ਹੀ ਉਹਨੂੰ ਉਹਦੇ ਵਿੱਚੋਂ ਕੈਬਨਿਟ ਦੇ ਵਿੱਚੋਂ ਖੋਲ ਕੇ ਮਸ਼ੀਨ ਕੱਢੇ ਤੇ ਆਪਣਾ ਇਲਾਜ ਕਰ ਲਵੇ ਐਮਰਜੈਂਸੀ ਦੇ ਲਈ। ਇਹ ਇੱਕ ਨਵੀਂ ਸਕੀਮ ਵੈਨਕੂਵਰ ਦੇ ਵਿੱਚ ਆ ਰਹੀ ਹੈ ਜਿਹਦੀ ਬਹੁਤ ਪ੍ਰਸ਼ੰਸਾ ਹੋ ਰਹੀ ਆ। ਹਾਲਾਂਕਿ ਫੈਸਲਾ ਇਹਦੇ ਬਾਰੇ ਕੱਲ੍ਹ ਨੂੰ ਹੋਣਾ ਆ ਕਿ ਇਹਦਾ ਕੀ ਕਰਨਾ ਜਾਣਾ। ਹਸਪਤਾਲਾਂ ਦੇ ਵਿੱਚ, ਫਾਰਮੇਸੀ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਆ, ਪਰ ਜਿੱਦਾਂ ਸਿਟੀ ਫੈਸਿਲਿਟੀਜ਼ ਆ, ਟਰਾਂਜ਼ਿਟਸ ਹਬਸ ਆ, ਪਬਲਿਕ ਸਪੇਸਿਸ ਆ, ਨਵੀਆਂ ਡਿਵੈਲਪਮੈਂਟਸ ਆ, ਉੱਥੇ ਡਿਵਾਈਸ ਕਹਿੰਦੇ ਨਹੀਂ ਹੁੰਦੇ। ਤੇ ਹੁਣ ਸਕੀਮ ਇਹ ਲਾਈ ਜਾ ਰਹੀ ਆ ਕਿ ਜਿਹੜੇ ਟੈਕਸ ਪੇਅਰ ਨੇ ਉਹਨਾਂ ਦਾ ਪੈਸਾ ਵੀ ਨਾ ਲੱਗੇ, ਜਿਹੜੇ ਵੱਡੇ ਕੁਝ ਲੋਕ ਨੇ ਜਾਂ ਡਿਵੈਲਪਰ ਨੇ ਉਹ ਇਹਦੀ ਕਾਸਟ ਬੀਅਰ ਕਰ ਲੈਣ। $7500 ਦੀ ਇਹ ਜਿਹੜੀ ਡਿਜ਼ਾਈਨ ਕੀਤੀ ਜਾਂਦੀ ਹੈ, ਇਹ AED ਕੈਬਨਿਟ ਕਹਿੰਦੇ ਆ ਇਹਨੂੰ। ਇਹ ਕੈਬਨਿਟ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਲਾ ਦਿੱਤੀਆਂ ਜਾਣਗੀਆਂ ਤੇ 6000 ਦੇ ਕਰੀਬ ਕਹਿੰਦੇ ਕਾਰਡਿਅਕ ਅਰੈਸਟ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰ ਸਾਲ ਮੌਤ ਹੋ ਜਾਂਦੀ ਆ, ਜਿਹਨੂੰ ਰੋਕਿਆ ਜਾ ਸਕਦਾ। ਜਦੋਂ ਹੀ ਬੰਦੇ ਨੂੰ ਦਿਲ ਦਾ ਇਹ ਰੋਗ ਹੁੰਦਾ ਜਾਂ ਦੌਰਾ ਪੈਂਦਾ, ਉਹਨੂੰ ਇਸ ਤਰ੍ਹਾਂ ਦੇ ਕੁਝ ਲੱਛਣ ਜਿਹੜੇ ਸਮਝ ਆਉਂਦੇ ਆ, ਉਹਦੇ ਤੋਂ ਬਾਅਦ ਕਹਿੰਦੇ ਕੁਝ ਮਿੰਟ ਹੁੰਦੇ ਆ ਉਹਦੇ ਕੋਲ, ਉਸ ਮਿੰਟ ਦੇ ਵਿੱਚ ਹੀ ਉਹਦਾ ਜਿਹੜਾ ਬ੍ਰੇਨ ਆ ਪਰਮਾਨੈਂਟ ਡੈਮੇਜ ਹੋ ਜਾਂਦਾ ਤੇ ਦੂਜੀਆਂ ਚੀਜ਼ਾਂ ਇੱਕਦਮ ਵਾਪਰ ਜਾਂਦੀਆਂ। ਤੇ ਇਹ ਜਿਹੜਾ ਜੀਵਨ ਨੂੰ ਬਚਾਉਣ ਵਾਲਾ ਟੂਲ ਆ, ਜਿਹੜੀ ਇਹ ਮਸ਼ੀਨ ਆ, ਤੇ ਜਿਹੜਾ ਇਹ ਸਾਰਾ ਕੁਛ ਆ, ਜਾਂ ਓਵਰਡੋਜ਼ ਹੋ ਜਾਵੇ ਉਹਦੇ ਤੋਂ ਬਾਅਦ ਨਲੈਕਸੋਨ ਨੇਜ਼ਲ ਸਪਰੇ ਆ, ਇਹ ਸਾਰਾ ਕੁਛ ਉਹ ਕਹਿੰਦੇ 911 ਡਾਇਲ ਕਰਨ ਤੋਂ ਪਹਿਲਾਂ ਜਿੰਨੇ ਕੁ ਟਾਈਮ ਦੇ ਵਿੱਚ, ਜੇ ਐਵਰੇਜ 9 ਮਿੰਟ ਦਾ ਟਾਈਮ ਕਿਸੇ ਐਂਬੂਲੈਂਸ ਨੂੰ ਤੁਹਾਡੇ ਤੱਕ ਪਹੁੰਚਣ ਨੂੰ ਲੱਗਦਾ ਹੈ, ਉਹਦੇ ਤੋਂ ਪਹਿਲਾਂ ਤੁਸੀਂ ਉਹਦੀ ਵਰਤੋਂ ਕਰ ਸਕੋ। ਜਿਹੜੇ 75 ਇਸ ਵੇਲੇ ਕਹਿੰਦੇ ਅਵੇਲੇਬਲ ਹੈਗੇ ਆ ਵੈਨਕੂਵਰ ਦੇ ਵਿੱਚ। ਇਹ ਮਸ਼ੀਨਾਂ ਵੱਖ-ਵੱਖ ਥਾਵਾਂ ਦੇ ਉੱਤੇ ਪਈਆਂ ਆ, ਰੀਕ੍ਰੀਏਸ਼ਨ ਸੈਂਟਰਸ ਦੇ ਵਿੱਚ, ਹਸਪੀਟਲ ਦੇ ਵਿੱਚ, ਪਰ ਉਹ ਕਹਿੰਦੇ ਅਸੀਂ ਚਾਹੁੰਦੇ ਆ ਕਿ ਇਹ ਵੈਨਕੂਵਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਪਈਆਂ ਹੁਣ, ਜਿੱਥੋਂ ਜਾ ਕੇ ਕੋਈ ਵਿਅਕਤੀ ਵੀ ਉੱਥੋਂ ਜਾ ਕੇ ਉਹਨੂੰ ਚੱਕ ਲਵੇ ਤੇ ਉਹਦਾ ਜਿਹੜਾ ਕੰਟਰੋਲ ਆ ਇਹਨਾਂ ਸਾਰੀਆਂ ਥਾਵਾਂ ਦਾ, ਮਸ਼ੀਨਾਂ ਦਾ, ਜਿਹੜੇ ਵੱਖ-ਵੱਖ ਪਬਲਿਕ ਪਲੇਸਿਸ ਦੇ ਉੱਤੇ ਪਈਆਂ ਹੋਣਗੀਆਂ, ਇੱਕ ਸੈਂਟਰਲ ਰੂਮ ਦੇ ਨਾਲ ਹੋਵੇ ਕਿ ਭਾਈ ਕੋਈ ਬੰਦਾ ਵੀ ਉੱਥੋਂ ਜਾ ਕੇ ਜਦੋਂ ਕੱਢਦਾ ਆ, ਉਹਨੂੰ ਵਿੱਚੋਂ ਮਸ਼ੀਨ ਕੱਢਦਾ ਆ ਜਾਂ ਆਪਣੀ ਨਲੈਕਸੋਨ ਕਿੱਟ ਕੱਢਦਾ ਓਵਰਡੋਜ਼ ਦੇ ਲਈ, ਤਾਂ ਉਹਨਾਂ ਨੂੰ ਪਤਾ ਲੱਗ ਜਾਵੇ, ਉਹਨੂੰ ਫੋਨ ਕਾਲ ਹੋ ਜਾਵੇ ਉਸੇ ਤਰ੍ਹਾਂ, ਤੇ ਉਹਦੇ ਨਾਲ ਗੱਲਬਾਤ ਕਰ ਸਕਣ ਤੇ ਉਹਨੂੰ ਬਚਾ ਸਕਣ, ਤੇ ਉਹ ਜਾਂ ਉਹਨੂੰ ਦੱਸ ਸਕਣ ਕਿ ਕਿਸ ਤਰ੍ਹਾਂ ਇਹਨੂੰ ਬੋਲ ਕੇ ਦੱਸ ਸਕਦੇ। ਉਹਦੇ ਵਿੱਚ ਆਡੀਓ ਹੋਊਗੀ, ਜਦੋਂ ਕੋਈ ਵੀ ਉਹਨੂੰ ਕੈਬਨਿਟ ਨੂੰ ਖੋਲ੍ਹਦਾ ਹੈ, ਵਿੱਚੋਂ ਕਿੱਟ ਕੱਢਦਾ ਹੈ, ਤਾਂ ਆਡੀਓ ਉਹਨੂੰ ਬੋਲ ਕੇ ਦੱਸ ਦੇਣਗੇ ਇੱਕ ਸਟੈਪ ਕਰਕੇ ਵੀ ਹੁਣ ਇਹ ਜਿਹੜੀ ਇਲੈਕਟ੍ਰਿਕ ਪਲਸ ਆ ਇਹਨੂੰ ਇਸ ਤਰੀਕੇ ਦੇ ਨਾਲ, ਜਾਂ CPR ਜਿਹੜਾ ਇਸ ਤਰੀਕੇ ਨਾਲ ਪਰਫਾਰਮ ਕਰੋ। ਇਹਦੇ ਨਾਲ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਆ। ਹਰ ਇੱਕ ਵਿਅਕਤੀ ਦੀ ਜਾਨ ਕੀਮਤੀ ਆ ਤੇ ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦੀ ਸਰਕਾਰ, ਉਹ ਹਰ ਜਾਨ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਤੇ ਜੇਕਰ ਵੈਨਕੂਵਰ ਦੇ ਵਿੱਚ ਕੱਲ੍ਹ ਨੂੰ ਇਹ ਫੈਸਲਾ ਹੋ ਜਾਂਦਾ ਆ ਤਾਂ ਇਹ ਬਹੁਤ ਇੱਕ ਵੱਡੀ ਤੇ ਨਵੀਂ ਤੇ ਵਧੀਆ ਗੱਲ ਹੋਊਗੀ ਕਿ ਪਬਲਿਕ ਪਲੇਸਿਸ ਦੇ ਉੱਤੇ ਕੁਝ ਕੈਬਨਿਟ ਬਣਾ ਕੇ ਉਹਨਾਂ ਦੇ ਵਿੱਚ ਮਸ਼ੀਨਾਂ ਰੱਖ ਦਿੱਤੀਆਂ ਜਾਣਗੀਆਂ। ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ, ਕੋਈ ਐਮਰਜੈਂਸੀ ਹੁੰਦੀ ਆ, ਕੈਬਨਿਟ ਖੋਲ੍ਹ ਕੇ ਉਹਦੇ ਵਿੱਚੋਂ ਆਡੀਓ ਜਿਹੜੀ ਆਪਣੇ ਆਪ ਬੋਲੂਗੀ ਤੇ ਵਿਅਕਤੀ ਆਪਣਾ ਇਲਾਜ ਕਰਕੇ ਬਚ ਸਕਦਾ। 2 ਸਾਲ ਪਹਿਲਾਂ ontario ਦੇ ਵਿੱਚ ਇੱਕ ਬਿੱਲ ਪਾਸ ਕੀਤਾ ਸੀ ਫੋਰਡ ਸਰਕਾਰ ਨੇ, ਜਿਹਦਾ ਵਿਰੋਧ ਅਜੇ ਤੱਕ ਹੋ ਰਿਹਾ ਆ। ਬਿੱਲ 124 ਵੇਜ ਸਪਰੈਸ਼ਨ ਲੈਜਿਸਲੇਸ਼ਨ ਜਿਹੜਾ ਪਾਸ ਕੀਤਾ ਗਿਆ ਸੀ, ਇਸ ਬਿੱਲ ਦੇ ਤਹਿਤ ਜਿਹੜੀਆਂ ਰਜਿਸਟਰਡ ਨਰਸਿਸ ਨੇ ਜਾਂ ਜਿਹੜੇ ਨਰਸ ਪ੍ਰੈਕਟੀਸ਼ਨਰਸ ਨੇ, ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਉਹਨਾਂ ਦੇ ਉੱਤੇ ਅਸਰ ਪੈਂਦਾ। ਅਸਰ ਕੀ ਪੈਂਦਾ ਕਿ ਉਹਨਾਂ ਦੀ ਤਨਖਾਹ, ਉਹਨਾਂ ਦੇ ਵੇਜਸ 1 ਸਾਲ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਵੱਧ ਸਕਦੇ ਆ, ਉਹਦੇ ਉੱਤੇ ਕੈਪ ਲਾ ਦਿੱਤੀ, ਉਹਦੇ ਉੱਤੇ ਇੱਕ ਰੋਕ ਲਾ ਦਿੱਤੀ ਕਿ ਇਸ ਤੋਂ ਵੱਧ ਨਹੀਂ ਇਹਨਾਂ ਦੀ ਤਨਖਾਹ ਵਧਾਈ ਜਾ ਸਕਦੀ। ਇਹ ਬਿੱਲ ਉਹਨਾਂ ਦੇ ਵੇਜਸ ਨੂੰ, ਉਹਨਾਂ ਦੇ ਵੇਜਸ ਦੇ ਵਾਧੇ ਨੂੰ ਲਿਮਿਟ ਕਰਦਾ ਕਿ ਕਿੰਨਾ ਵਾਧਾ ਹੋ ਸਕਦਾ, ਔਰ ਉਹਨੂੰ 1% ਦੇ ਉੱਤੇ ਉਹਨਾਂ ਨੇ ਰੋਕ ਦਿੱਤਾ ਟੋਟਲ ਕੰਪਨਸੇਸ਼ਨ। ਹੁਣ ਇਹ ਕੱਲ੍ਹ ਐਤਵਾਰ ਜਿਹੜਾ ਸੀ, ਉਸ ਵੇਲੇ ਭਾਵੇਂ ਮੀਂਹ ਪੈ ਰਿਹਾ ਸੀ, ਸਿੰਗਲ ਡਿਜਿਟ ਟੈਂਪਰੇਚਰ ਸੀਗਾ, ontario ਦੀਆਂ ਨਰਸਿਸ ਇਕੱਠੀਆਂ ਹੋ ਕੇ ਉਹਨਾਂ ਨੇ ਨੈਥਨ ਫਿਲਿਪਸ ਸਕੁਏਅਰ ਦੇ ਉੱਤੇ ਸੰਡੇ ਆਫਟਰਨੂਨ ਨੂੰ ਆਪਣਾ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਕਿਹਾ ਕਿ ਇਸ ਬਿੱਲ ਨੂੰ ਜਿੰਨੀ ਜਲਦੀ ਹੋ ਸਕਦਾ ਵਾਪਸ ਲੈ ਲਓ, ਨਹੀਂ ਤਾਂ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਨੇ ਹੋਰ ਅਗਲੇ ਐਕਸ਼ਨ ਦੇ ਲਈ ਸਾਹਮਣੇ ਜਾਣਗੀਆਂ। ਇਹਦੇ ਨਾਲ ਅਸਰ ਬਹੁਤ ਵੱਡਾ ਪੈ ਰਿਹਾ। 2019 ਦੇ ਵਿੱਚ ਬਿੱਲ 124 ਇਸ ਕਰਕੇ ਕੀਤਾ ਗਿਆ ਸੀ ਕਿ ਜਿਹੜਾ ਪਬਲਿਕ ਸੈਕਟਰ ਆ, ਇਹਨੂੰ ਫਿਊਚਰ ਦੇ ਲਈ ਬਚਾ ਕੇ ਰੱਖਿਆ ਜਾ ਸਕੇ। ਫਿਊਚਰ ਦੇ ਲਈ ਬਚਾ ਕੇ ਰੱਖਿਆ ਜਾ ਸਕੇ ਦਾ ਮਤਲਬ ਇਹ ਆ ਕਿ ਤਨਖਾਹਾਂ ਇੰਨੀਆਂ ਜ਼ਿਆਦਾ ਨਾ ਹੋ ਜਾਣ ਕਿ ਇਹ ਸਿਸਟਮ ਸਸਟੇਨ ਨਾ ਕਰ ਸਕੇ।
ਸਰਕਾਰੀ ਨੌਕਰੀਆਂ ਜਾਂ ਇਹ ਸਾਰਾ ਕੰਮਕਾਰ ਜਿਹੜਾ ਹੈ ਇਹ ਸਸਟੇਨ ਨਾ ਕਰ ਸਕੇ, ਇਹਨੂੰ ਲੰਬੇ ਸਮੇਂ ਦੇ ਵਿੱਚ ਚੱਲਦਾ ਰੱਖਣ ਦੇ ਲਈ ਇਹਨਾਂ ਦੀਆਂ ਤਨਖਾਹਾਂ ਨੂੰ ਲਿਮਿਟ ਕਰਨਾ ਪਊਗਾ ਵੀ ਇਹਦੇ ਤੋਂ ਵੱਧ ਤਨਖਾਹ ਨਹੀਂ ਵਧਾਈ ਜਾ ਸਕਦੀ। ਇਸ ਗੱਲ ਦਾ ਹੁਣ ਜਿਹੜੀਆਂ ਨਰਸਿਸ ਨੇ ਵਿਰੋਧ ਕਰ ਰਹੀਆਂ ਤੇ ਹੁਣ ਇਹਦੇ ਵਿੱਚ ਮਿਲੀਅਨਸ ਜਿਹੜੇ ਪ੍ਰੋਵਿੰਸ਼ੀਅਲ ਪਬਲਿਕ ਸੈਕਟਰ ਵਰਕਰ ਹੈਗੇ ਆ, ਨਰਸਿਸ ਨੇ, ਟੀਚਰ ਵੀ ਇਹਦੇ ਵਿੱਚ ਆਉਂਦੇ ਆ, ਉਹ ਇਹਦੇ ਲਈ ਉਹਨਾਂ ਦੇ ਉੱਤੇ ਇਹਦਾ ਅਸਰ ਹੋ ਰਿਹਾ। ਮਾਮਲਾ ਕੀ ਆ ਕਿ ਪਬਲਿਕ ਸੈਕਟਰ ਦੇ ਵਿੱਚ ਤਨਖਾਹ ਕਿਸ ਹਿਸਾਬ ਨਾਲ ਵਧਣੀ ਹੈ ਉਹ ਇਨਫਲੇਸ਼ਨ ਰੇਟ ਦੇ ਹਿਸਾਬ ਨਾਲ ਵੀ ਦੇਖੀ ਜਾਂਦੀ ਹੈ ਕਿ ਮਹਿੰਗਾਈ ਕਿੰਨੀ ਵੱਧ ਰਹੀ ਹੈ। ਇਨਫਲੇਸ਼ਨ ਦੱਸਿਆ ਜਾ ਰਿਹਾ ਕਿ ਇਸ ਵੇਲੇ ਸਤੰਬਰ ਦੇ ਵਿੱਚ 4.4% ਤੇ ਪਹੁੰਚ ਗਈ ਸੀ ਤੇ ਜਿਹੜੀ ਕਿ ਅਜੇ ਵੀ ਘਟ ਨਹੀਂ ਰਹੀ। ਤੇ ਦੂਜੇ ਪਾਸੇ ਜਿਹੜਾ ਤਨਖਾਹਾਂ ਦੇ ਵਿੱਚ ਵਾਧਾ ਆ ਉਹ 1% ਦੇ ਉੱਤੇ ਰੋਕ ਦਿੱਤਾ ਗਿਆ ਕਿ ਇਹਦੇ ਤੋਂ ਵੱਧ ਤਨਖਾਹਾਂ ਲਈਆਂ ਨਹੀਂ ਜਾ ਸਕਦੀਆਂ। ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵਿਰੋਧ ਹੋ ਰਿਹਾ, ਨਰਸਿਸ, ਫਾਰਮਾਸਿਸਟ, ਟੀਚਰਸ, ਇਹਨਾਂ ਸਾਰਿਆਂ ਦੇ ਉੱਤੇ ਦਾ ਅਸਰ ਪੈਣਾ ਆ। ਰਜਿਸਟਰਡ ਨਰਸਿਸ ਐਸੋਸੀਏਸ਼ਨ ਆਫ ਅੰਟੈਰੀਓ ਕਹਿ ਰਹੇ ਆ ਕਿ ਇਹਦੇ ਨਾਲ ਸਾਡੇ ਕੋਲ ਸਟਾਫ ਦੀ ਪਹਿਲਾਂ ਹੀ ਘਾਟ ਆ ਬਹੁਤ ਸਾਰੇ, ਕਿ ਸਾਨੂੰ ਡੀਮੋਰਲਾਈਜ਼ ਕਰ ਰਹੇ ਆ ਤੁਸੀਂ, ਸਾਡੇ ਜਿਹੜੇ ਪ੍ਰੋਫੈਸ਼ਨ ਨੂੰ, ਸਾਡੇ ਇਸ ਕੰਮ ਨੂੰ ਅੰਡਰਮਾਈਨ ਕੀਤਾ ਜਾ ਰਿਹਾ, ਵੀ ਸਾਡੀ ਇੱਕ ਤਰ੍ਹਾਂ ਬੇਇੱਜ਼ਤੀ ਕੀਤੀ ਜਾ ਰਹੀ ਆ ਕਿ ਇਹ ਇੰਨੇ ਕੁ ਕੰਮ ਵਾਲਾ ਹੀ ਆ, ਇਹਨਾਂ ਨੂੰ ਇਹਦੇ ਤੋਂ ਵੱਧ ਤਨਖਾਹ ਨਾ ਦਿੱਤੀ ਜਾਵੇ। ਉਹ ਕਹਿੰਦੇ ਜਦੋਂ ਕਿ ਸਾਡਾ ਕੰਮ ਬਹੁਤ ਔਖਾ ਆ ਔਰ ਅਸੀਂ ਇਸ ਵੇਲੇ ਇੱਕ ਵੱਡੇ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਆ, ਕੋਵਿਡ-19 ਕਰਕੇ ਬਹੁਤ ਸਾਰੀਆਂ ਨਰਸਿਸ ਕੰਮ ਨਹੀਂ ਕਰ ਰਹੀਆਂ, ਉਹ ਆਪਣੀਆਂ ਇਹਨੂੰ ਛੱਡ ਰਹੀਆਂ ਇਸ ਨੌਕਰੀ ਨੂੰ, ਤੇ ਬਿੱਲ 24 ਉਹ ਕਹਿੰਦੇ ਇਸ ਕਰਕੇ ਹੋਰ ਵੀ ਸਮੱਸਿਆ ਕਰ ਸਕਦਾ ਆ। ਜਿਹੜਾ ਸਟਾਫਿੰਗ ਦਾ ਚੈਲੰਜ ਆ ਉਹ ਅੰਟੈਰੀਓ ਦੇ ਵਿੱਚ ਬਹੁਤ ਵੱਡਾ ਆ। ਪਿਛਲੇ 22 ਮਹੀਨਿਆਂ ਤੋਂ ਕਹਿੰਦੇ ਅਸੀਂ ਬਿਨਾਂ ਆਰਾਮ ਕੀਤੇ ਦਿਨ ਰਾਤ ਆਪਣੀ ਜਾਨ ਦੀ ਪਰਵਾਹ ਨਾ ਕਰਕੇ, ਦੂਜੀ ਵਾਰ ਸੋਚੇ ਤੋਂ ਬਿਨਾਂ ਆਪਣੇ ਜੀਵਨ ਨੂੰ ਖਤਰੇ ਦੇ ਵਿੱਚ ਪਾ ਕੇ, ਆਪਣੇ ਪਰਿਵਾਰਾਂ ਨੂੰ ਰਿਸਕ ਦੇ ਵਿੱਚ ਪਾ ਕੇ ਅਸੀਂ ਕੰਮ ਕੀਤਾ, ਇਹ ਨਰਸਿਸ ਕਹਿ ਰਹੀਆਂ। ਤੇ ਇਹਦੇ ਤੋਂ ਬਾਅਦ ਸਾਨੂੰ ਮਿਲਿਆ ਕਿ ਉਹਦੇ ਵਿੱਚ ਉਹ ਕਹਿੰਦੇ ਸਾਨੂੰ ਸਿਰਫ ਇਹ ਮਿਲਿਆ ਕਿ ਤੁਹਾਡੀ ਤਨਖਾਹ ਤੋਂ ਵਧਾਈ ਨਹੀਂ ਜਾ ਸਕਦੀ। ਉਹ ਕਹਿੰਦੇ ਸਾਡੀ ਇਹ ਇੱਕ ਤਰੀਕੇ ਦੇ ਨਾਲ ਜਿਹੜਾ ਇਨਸਲਟ ਕੀਤੀ ਗਈ ਆ, ਵੀ ਉਹ ਨਰਸਿਸ ਅਸਲ ਦੇ ਵਿੱਚ ਇਹ ਕਹਿ ਰਹੀਆਂ ਕਿ ਇੱਕ ਦਿਨ ਤੁਸੀਂ ਸਾਨੂੰ ਹੀਰੋ ਕਹਿ ਰਹੇ ਆ ਤੇ ਦੂਜੇ ਦਿਨ ਹੀ ਸਾਨੂੰ ਜਿਹੜਾ ਆ ਇਹ ਕਹਿ ਰਹੇ ਆ ਕਿ ਇਹਨਾਂ ਦੀਆਂ ਤਨਖਾਹਾਂ ਇਹ ਤੋਂ ਜ਼ਿਆਦਾ ਵਧਾਈਆਂ ਨਹੀਂ ਜਾ ਸਕਦੀਆਂ, ਕਿ ਇੰਨੀ ਨਹੀਂ ਵਧਾਈ ਜਾ ਸਕਦੀ ਕਿ ਇਹਨਾਂ ਦੀ ਲਿਵਿੰਗ ਕਾਸਟ ਵੀ ਪੂਰੀ ਹੋ ਸਕੇ। ਸੋ ਇਹ ਇਸ ਵੇਲੇ ਇੱਕ ਬਹੁਤ ਵੱਡਾ ਸਮੱਸਿਆ ਜਿਹੜੀ ਬਣੀ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਪਊਗਾ ਕਿ ਇਹ ਜਿਹੜੀਆਂ ਕਿੰਨੀਆਂ ਵੈਕੈਂਸੀਜ਼ ਹੋਰ ਹੁੰਦੀਆਂ, ਕਿਉਂਕਿ ਜਿਹੜੀਆਂ ਇਸ ਸਟਾਫ ਦੀ ਕਮੀ ਤੇ ਇਸ ਵੇਲੇ ਪੈਂਡੈਮਿਕ, ਇਹਦੇ ਵਿੱਚ ਖਾਸ ਕਰਕੇ ਹੈਲਥ ਕੇਅਰ ਵਰਕਰਸ ਦੀ ਕਮੀ ਇੱਕ ਵੱਡੀ ਸਮੱਸਿਆ ਆ। ਤੇ ਉਹਦੇ ਤੋਂ ਬਾਅਦ ਬਿੱਲ 124 ਅੰਟੈਰੀਓ ਦੇ ਵਿੱਚ ਜਦੋਂ ਇਹ ਕਹਿੰਦਾ ਕਿ ਇਹਨਾਂ ਨਰਸਾਂ ਦੀ ਤਨਖਾਹ ਇਹਦੇ ਤੋਂ ਜ਼ਿਆਦਾ ਵਧਾਈ ਨਹੀਂ ਜਾ ਸਕਦੀ, ਇਹਦੇ ਨਾਲ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ। ਅਲਬਰਟਾ ਦਾ ਸ਼ਹਿਰ ਕੈਲਗਰੀ ਤੋਂ ਜਦੋਂ ਐਡਮਿੰਟਨ ਨੂੰ ਜਾਇਆ ਜਾਂਦਾ ਤਾਂ ਉਹਦੇ ਰਸਤੇ ਦੇ ਵਿੱਚ ਇੱਕ ਸ਼ਹਿਰ ਆਉਂਦਾ ਇਨੈਸਫਿਲ ਦੀ ਇੱਕ ਘਟਨਾ, ਇੱਕ ਟਿਕਟੌਕ ਦੇ ਉੱਤੇ ਵੀਡੀਓ ਬਹੁਤ ਵਾਇਰਲ ਹੋਈ ਆ। ਉਹ ਵੀਡੀਓ ਕੀ ਹੈ? ਉਸ ਵੀਡੀਓ ਦੇ ਵਿੱਚ ਔਰਤ ਨੋ ਫਰਿਲ ਸਟੋਰ ਦੇ ਉੱਤੇ ਅੰਦਰ ਜਾਂਦੀ ਹੈ। ਉਹ ਜਿਹੜੀ ਕੈਮਰੇ ਦੇ ਵਿੱਚ ਵੀਡੀਓ ਕੈਦ ਹੋਈ ਆ, ਉਹਦੇ ਵਿੱਚ ਅੰਦਰ ਜਾ ਕੇ ਉਹ ਸਮਾਨ ਨੂੰ ਚੱਕਦੀ ਹੈ, ਚੱਕ ਕੇ ਚੱਟਦੀ ਹੈ, ਮਤਲਬ ਉਹਨੂੰ ਥੁੱਕ ਲਾਉਂਦੀ ਹੈ, ਥੁੱਕ ਲਾ ਕੇ ਉਹਨੂੰ ਉੱਥੇ ਰੱਖੀ ਜਾਂਦੀ ਹੈ। ਤੇ ਸਾਰਾ ਸਮਾਨ ਜਿੰਨਾ ਉਹਦੇ ਹੱਥ ਵਿੱਚ ਆਇਆ ਉਹਨੇ ਸਾਰੇ ਨੂੰ ਲਿਖ ਕੀਤੀ ਉੱਥੇ ਰੱਖ ਦਿੱਤਾ। ਜਿਹੜੀ ਇਹ 43 ਐਵਨਿਊ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਇਨੈਸਫਿਲ ਸ਼ਹਿਰ, ਅਲਬਰਟਾ ਦਾ ਇੱਕ ਸ਼ਹਿਰ, ਉਹਦੀ ਇਹ ਘਟਨਾ ਹੈ। ਹੋਇਆ ਕੀ ਹੈ ਉਹਦੇ ਵਿੱਚ, ਉਹ ਜਿੱਦਾਂ ਅੱਗੇ ਜਾਈ ਜਾਂਦੀ ਹੈ, ਪ੍ਰੋਡਕਟ ਚੱਕੀ ਜਾਂਦੀ ਹੈ, ਲਿਕ ਕਰੀ ਜਾਂਦੀ ਹੈ, ਰੱਖੀ ਜਾਂਦੀ ਹੈ, ਤੇ ਉਹ ਫਿਰ ਵੀਡੀਓ ਦੇ ਵਿੱਚ ਅੱਗੇ ਜਾ ਕੇ ਕਹਿੰਦੀ ਹੈ ਵੀ ਮੈਂ ਸਾਰਿਆਂ ਨੂੰ ਚੱਟ ਲਿਆ, ਸਾਰਿਆਂ ਨੂੰ ਲਿਕ ਕਰ ਦਿੱਤਾ। ਹੁਣ ਇਹ ਸਮਝ ਨਹੀਂ ਆਉਂਦਾ ਕਿ ਕੀ ਕਾਰਨ ਆ, ਤੇ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਉਹ ਕਹਿੰਦੀ ਵੀ ਮੈਂ ਕੋਵਿਡ ਤੋਂ ਅੱਕੀ ਪਈ ਹਾਂ। ਲੋਕ ਕੋਵਿਡ ਦੇ ਨਾਲ ਕਿਉਂਕਿ ਅੱਕ ਚੁੱਕੇ ਨੇ, ਹੁਣ ਅੰਦਰ ਬੈਠ ਕੇ ਸੁਣ ਕੇ ਅੱਕ ਚੁੱਕੇ ਨੇ, ਤੇ ਲੋਕ ਅਜੀਬ ਹਰਕਤਾਂ ਕਰ ਰਹੇ ਆ। ਤੇ ਜਿਨ੍ਹਾਂ ਦੇ ਵਿੱਚੋਂ ਇੱਕ ਹਰਕਤ ਇਹ ਆ ਵੀ ਜਿਹਨੂੰ ਕੋਵਿਡ ਹੋਣਾ ਲੱਗਦਾ, ਇਹ ਹੈ ਕਿ ਉਹਦਾ ਮਕਸਦ ਆ ਕਿ ਜਿਹਨੂੰ ਹੋਣਾ ਹੋ ਜਾਵੇ, ਉਹਨੇ ਸਾਰੀਆਂ ਉਹਦੇ ਵਿੱਚੋਂ ਚੀਜ਼ਾਂ ਚੱਕ ਕੇ ਤੇ ਉਹਨਾਂ ਨੂੰ ਲਿਕ ਕਰ ਦਿੱਤਾ। ਸੰਡੇ ਆਫਟਰਨੂਨ ਇਹ ਵੀਡੀਓ ਜਿਹੜੀ ਆ 1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਈ ਸੀ। ਸਟੋਰ ਨੇ ਇਹਦੇ ਤੇ ਕੋਈ ਕਮੈਂਟ ਨਹੀਂ ਕੀਤਾ ਕਿ ਕੀ ਇਹ ਮਾਮਲਾ ਆ, ਕੀ ਆ। ਉਹ ਕਹਿੰਦੇ ਸਾਨੂੰ ਇਨਸੀਡੈਂਟ ਪਤਾ ਲੱਗਾ ਆ ਤੇ ਅਸੀਂ ਸਾਰੇ ਪ੍ਰੋਡਕਟ ਜਿੰਨੇ ਉਹਨੇ ਚੱਕ ਕੇ ਲਿਕ ਕੀਤੇ ਸੀ, ਉਹਨਾਂ ਨੂੰ ਚੱਟਿਆ ਸੀ, ਉਹ ਸਾਰਿਆਂ ਨੂੰ ਅਸੀਂ ਡਿਸਕਾਰਡ ਕਰ ਦਿੱਤਾ ਹੈ ਤੇ ਫਿਰ ਐਕਸਟਰਾ ਸੈਨੀਟੇਸ਼ਨ ਜਿਹੜੀ ਆ ਉੱਥੇ ਕਰ ਦਿੱਤੀ ਗਈ ਹੈ। ਉਹ ਕਹਿੰਦੇ ਅਨਫੋਰਚੂਨੇਟ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਆ। RCMP ਕਹਿੰਦੀ ਹੈ ਕਿ ਸਾਡੇ ਕੋਲ ਇੱਦਾਂ ਦੀ ਕੋਈ ਰਿਪੋਰਟ ਹਜੇ ਤੱਕ ਆਈ ਨਹੀਂ। ਜਿਹੜੇ ਕੁਝ ਨਿਊਜ਼ ਏਜੰਸੀਜ਼ ਆ ਉਹਨਾਂ ਨੇ ਉਹ ਵੀਡੀਓ ਉੱਥੇ ਜਾ ਕੇ ਦਿਖਾਈ ਹੈ, ਜਿਹਦੇ ਤੋਂ ਬਾਅਦ ਇਹ ਇਨਸੀਡੈਂਟ ਹੋਇਆ। ਤੇ ਹੁਣ ਇਹ ਤੋਂ ਪਤਾ ਲੱਗ ਰਿਹਾ ਕਿ ਜਿਹੜੀਆਂ ਕੁਝ ਕਾਰਵਾਈ ਇਹਦੇ ਉੱਤੇ ਹੋ ਸਕਦੀ ਆ। ਇਹ ਪਹਿਲੀ ਘਟਨਾ ਨਹੀਂ ਆ ਅਲਬਰਟਾ ਸ਼ਹਿਰ ਦੀ, ਇਹ ਪਹਿਲੀ ਘਟਨਾ ਨਹੀਂ ਆ। ਹਫ਼ਤਾ ਕੁ ਪਹਿਲਾਂ ਇੱਕ ਵਿਅਕਤੀ ਕੈਲਗਰੀ ਬਾਰ ਦੇ ਵਿੱਚ ਉਹ ਦੂਜੇ ਦੇ ਉੱਤੇ ਖੰਘ ਰਿਹਾ ਸੀ ਜ਼ਬਰਦਸਤੀ, ਉਹਨੂੰ ਫੜਿਆ ਗਿਆ ਸੀ। ਕਾਇਲ ਪ੍ਰੂਡਨ 35 ਸਾਲ ਦੀ ਉਮਰ ਦਾ ਵਿਅਕਤੀ ਸੀ। ਇਹ ਬਲੈਕ ਸਵੈਨ ਪੱਬ ਕੈਲਗਰੀ ਦੇ ਵਿੱਚ ਨਵੰਬਰ 2020 ਦੇ ਵਿੱਚ
ਇਹਨੇ ਕੀ ਕੀਤਾ ਸੀ, ਇਹਨੂੰ ਕੈਸ਼ ਜਦੋਂ ਲੈ ਰਿਹਾ ਸੀ $160 ਹੀ ਜਿੱਤ ਗਿਆ ਸੀ ਵੀਡੀਓ ਲੋਟਰੀ ਟਰਮੀਨਲ ਦੇ ਉੱਤੇ, ਤੇ ਉੱਥੇ ਪੈਸੇ ਨਹੀਂ ਸੀ। ਸਟਾਫ ਮੈਂਬਰ ਜਦੋਂ ਪੈਸੇ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਆਪਣੇ $160 ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਸਟਾਫ ਮੈਂਬਰ ਨੇ ਉੱਥੇ ਦੱਸਿਆ ਵੀ ਇੱਥੇ ਜਿਹੜਾ ਪੈਸੇ ਨਹੀਂ ਆ ਇਸ ਮਸ਼ੀਨ ਦੇ ਵਿੱਚ ਅੱਜ। ਤਾਂ ਉਹਦੇ ਤੋਂ ਬਾਅਦ ਕਹਿੰਦੇ ਉਹਨੇ ਖੰਘਿਆ ਉਹਦੇ ਉੱਤੇ ਇਸ ਤਰੀਕੇ ਦੇ ਨਾਲ ਵੀ ਇਹਨੂੰ ਕੋਵਿਡ ਹੋ ਜਾਵੇ ਜਾਂ ਇੱਦਾਂ ਕਹਿ ਲਓ। ਉਹਦੇ ਤੋਂ ਬਾਅਦ ਉਹਨੇ ਕਿਹਾ ਕਿ ਕੀ ਇਹ ਕੋਵਿਡ ਕਰਕੇ ਆ, is this because of COVID? ਸੋ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਜਿਹੜੀਆਂ ਕਾਫੀ ਸਾਹਮਣੇ ਆ ਰਹੀਆਂ, ਜਿਹਦੇ ਵਿੱਚ ਲੋਕ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਆ। ਅਕਤੂਬਰ ਦੇ ਸ਼ੁਰੂ ਦੇ ਵਿੱਚ 2 ਔਰਤਾਂ ਦੀ ਜਿਹੜੀ ਸਸਕਾਟੂਨ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਇਸੇ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਸੀ ਕਿ ਉਹਨਾਂ ਕੋਲੋਂ ਪ੍ਰੂਫ ਆਫ ਵੈਕਸੀਨੇਸ਼ਨ ਪੁੱਛਿਆ ਸੀ ਕਿ ਤੁਸੀਂ ਆਪਣਾ ਵੈਕਸੀਨੇਸ਼ਨ ਦਾ ਪ੍ਰੂਫ ਦਿਖਾਓ ਤਾਂ ਤੁਹਾਨੂੰ ਅੰਦਰ ਜਾਣ ਦਿੱਤਾ ਜਾਊਗਾ। ਉਹਨਾਂ ਨੇ ਵੀ ਉੱਥੇ ਜਿਹੜਾ ਥਾਂ ਦੇ ਉੱਤੇ ਅਸੌਲਟ ਕੀਤਾ ਸੀ। ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਜਿਹੜੀਆਂ ਬਹੁਤ ਹੈਰਾਨੀ ਵੀ ਪੈਦਾ ਕਰਦੀਆਂ ਤੇ ਇਹ ਵੀ ਦੱਸਦੀਆਂ ਕਿ ਲੋਕ ਕੋਵਿਡ ਤੋਂ ਕਿੰਨੇ ਅੱਕ ਚੁੱਕੇ ਆ। ਤੇ ਟਿਕਟੌਕ ਦੇ ਉੱਤੇ ਸ਼ਨੀਵਾਰ ਨੂੰ ਵਾਇਰਲ ਹੋਈ ਇਹ ਨੈਸ਼ਾਵਿਲ ਅਲਬਰਟਾ ਦਾ ਸ਼ਹਿਰ ਕੈਲਗਰੀ ਤੇ ਐਡਮਿੰਟਨ ਦੇ ਵਿਚਕਾਰ, ਉਸ ਸ਼ਹਿਰ ਦੇ ਵਿੱਚ ਨੋ ਫਰਿਲ ਸਟੋਰ ਦੇ ਉੱਤੇ ਇੱਕ ਔਰਤ ਸ਼ਰੇਆਮ ਵੀਡੀਓ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਹਰ ਇੱਕ ਚੀਜ਼ ਨੂੰ ਚੱਟ ਕੇ ਰੱਖੀ ਜਾ ਰਹੀ ਹੈ। ਮਤਲਬ ਕੀ ਹੈ, ਉਹਦਾ ਮਕਸਦ ਕੀ ਹੈ, ਕੋਈ ਪਤਾ ਨਹੀਂ, ਪਰ ਇੰਨਾ ਜ਼ਰੂਰ ਆ ਕਿ ਕੋਵਿਡ ਤੋਂ ਅੱਕੀ ਪਈ ਹੈ। ਪਿਛਲੇ ਸਮੇਂ ਦੇ ਵਿੱਚ ਅਸੀਂ ਵਾਤਾਵਰਣ ਨਾਲ ਸੰਬੰਧਿਤ ਕਈ ਘਟਨਾਵਾਂ ਦਾ ਜ਼ਿਕਰ ਕੀਤਾ। ਕਈ ਜਿਹੜੀਆਂ ਘਟਨਾਵਾਂ ਪਹਿਲਾਂ ਵਾਤਾਵਰਣ ਦੇ ਵਿੱਚ ਨਹੀਂ ਵਾਪਰੀਆਂ ਸੀ, ਚਾਹੇ ਉਹ ਪਿਛਲੀਆਂ ਗਰਮੀਆਂ ਦੇ ਵਿੱਚ ਤਾਪਮਾਨ ਦਾ ਵਧਣਾ ਸੀ, ਚਾਹੇ ਸਾਈਕਲੋਨ ਬੰਬ ਦੀ ਗੱਲ ਸੀ, ਚਾਹੇ ਟੋਰਨੇਡੋ ਵਾਚ ਦੀ ਗੱਲ ਸੀ, ਕਈ ਕਿਸਮ ਦੀਆਂ ਜਿਹੜੇ ਘਟਨਾਵਾਂ ਸੀ ਉਹ ਸਾਡੇ ਸਾਹਮਣੇ ਆਈਆਂ। ਹੁਣ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਐਬਸਫੋਰਡ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕੋਕੋਹੇਲਾ ਹਾਈਵੇ ਦੇ ਉੱਤੇ ਜਿਹੜਾ ਇਹ ਹਾਲ ਹੋਇਆ ਆ, ਇਹ ਸਾਰੇ ਕੁਛ ਦੇ ਵਿੱਚ ਇੱਕ ਟਰਮ ਹੋਰ ਸਾਹਮਣੇ ਆ ਰਹੀ, ਉਹਨੂੰ ਐਟਮੋਸਫੈਰਿਕ ਰਿਵਰ ਕਿਹਾ ਜਾ ਰਿਹਾ ਕਿ ਐਟਮੋਸਫੈਰਿਕ ਰਿਵਰ ਦੇ ਕਾਰਨ ਇਹ ਸਾਰੇ ਹੜ੍ਹ ਆਏ ਆ, ਲੋਕ ਬੇਘਰੇ ਹੋ ਗਏ ਆ, ਸੜਕਾਂ ਦੇ ਉੱਤੇ ਲੋਕ ਫਸੇ ਪਏ ਆ। ਇੱਕ ਤਰ੍ਹਾਂ ਗਾਰਾ ਜਿਹਾ ਪਹਾੜਾਂ ਦੇ ਉੱਤੋਂ ਪਾਣੀ ਨਾਲ ਰਲ ਕੇ ਕਿਸ ਤਰ੍ਹਾਂ ਰੋਡ ਦੇ ਉੱਤੇ ਆ ਰਿਹਾ ਤੇ ਕਿੱਦਾਂ ਉਹਨੇ ਸਾਰਾ ਕੁਝ ਤਹਿਸ-ਨਹਿਸ ਕਰ ਦਿੱਤਾ। ਪਤਾ ਨਹੀਂ ਲੱਗਦਾ ਇਹ ਕੀ ਆ, ਇਹ ਹੜ੍ਹ ਆ, ਪਾਣੀ ਆ, ਇਹ ਪਹਾੜਾਂ ਦੇ ਉੱਤੋਂ ਕੁਝ ਹੋ ਗਿਆ, ਕੀ ਇਹ ਬੱਦਲ ਫਟੇ, ਕੀ ਹੈ ਇਹ ਸਾਰੇ ਕੁਝ ਦੇ ਵਿੱਚ ਇੱਕ ਟਰਮ, ਇੱਕ ਸ਼ਬਦ ਸਾਹਮਣੇ ਆ ਰਿਹਾ, ਉਹਨੂੰ ਐਟਮੋਸਫੈਰਿਕ ਰਿਵਰਸ ਕਿਹਾ ਜਾ ਰਿਹਾ। ਜਾਣੀ ਕਿ ਜਿਹੜਾ ਐਟਮੋਸਫੀਅਰ ਆ, ਸਾਡਾ ਜਲਵਾਯੂ ਆ, ਇਹਦੇ ਉੱਤੇ ਇੱਕ ਦਰਿਆ ਸ਼ਬਦ ਜਿਹੜਾ ਹੈਗਾ ਐਟਮੋਸਫੈਰਿਕ ਰਿਵਰ, ਉਹ ਸਾਡੇ ਸਾਹਮਣੇ ਆ ਰਿਹਾ। ਦੱਸਿਆ ਜਾ ਰਿਹਾ ਕਿ ਇਹ ਇੱਕ ਬਹੁਤ ਵੱਡਾ ਬੈਂਡ ਜਿਹਦੇ ਵਿੱਚ ਮੋਇਸਚਰ ਬਹੁਤ ਹੁੰਦਾ, ਮਤਲਬ ਹਵਾ ਦੇ ਵਿੱਚ, ਆਕਾਸ਼ ਦੇ ਵਿੱਚ ਇਹੋ ਜਿਹੀ ਹਵਾ ਜਿਹਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਉਹ ਕਾਰਨ ਬਣਿਆ ਇਹ ਸਾਰੀ ਬਰਬਾਦੀ ਦੇ ਲਈ ਤੇ ਜੋ ਕੁਛ ਇਹ ਸਾਰਾ ਕੁਛ ਵਾਪਰ ਰਿਹਾ ਹੈ। ਦੱਸਿਆ ਜਾ ਰਿਹਾ ਕਿ ਇਹ ਪਾਣੀ ਇੰਨਾ ਕੁ ਜ਼ਿਆਦਾ ਹੁੰਦਾ ਇਸ ਐਟਮੋਸਫੈਰਿਕ ਰਿਵਰ ਦੇ ਵਿੱਚ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਸਮੋਇਆ ਹੁੰਦਾ, ਮੋਇਸਚਰ ਦੇ ਰੂਪ ਦੇ ਵਿੱਚ, ਨਮੀ ਦੇ ਰੂਪ ਦੇ ਵਿੱਚ, ਕਿ ਇਹ ਜਿਹੜਾ ਮਿਸਿਸਿਪੀ ਰਿਵਰ ਆ ਅਮਰੀਕਾ ਦੇ ਵਿੱਚ, ਉਹਦੇ ਨਾਲੋਂ 15 ਗੁਣਾ ਜ਼ਿਆਦਾ ਪਾਣੀ ਹਵਾ ਦੇ ਵਿੱਚ ਇਸ ਐਟਮੋਸਫੈਰਿਕ ਰਿਵਰ ਦੇ ਵਿੱਚ ਸਮੋ ਸਕਦਾ ਆ, ਜਿਹੜਾ ਇਸ ਵੇਲੇ ਵੱਡਾ ਕਾਰਨ ਬਣਿਆ ਹੈ ਇਹ ਸਾਰੀ ਬਰਬਾਦੀ ਦਾ। ਇਹ ਬਣਦੇ ਕਿੱਦਾਂ ਆ? ਦੱਸਿਆ ਜਾ ਰਿਹਾ ਕਿ ਐਟਮੋਸਫੈਰਿਕ ਰਿਵਰ ਬਣਦੇ ਆ ਜਦੋਂ ਇੱਕ ਪਾਸੇ ਕੋਲਡ ਫਰੰਟ ਹੁੰਦਾ ਹੈ ਤੇ ਦੂਜੇ ਪਾਸੇ ਜਿਹੜੇ ਵਾਟਰ ਵੇਪਰਸ ਆ ਵਾਰਮ ਸੈਕਟਰ ਵੱਲ ਹੁੰਦੇ ਆ, ਉਹਦੇ ਵਿੱਚ ਜਿਹੜਾ ਨੈਰੋ ਬੈਂਡ ਬਣ ਜਾਂਦਾ ਆ, ਉਹ ਫਿਰ ਇਹਦੇ ਲਈ ਕਾਰਨ ਬਣਦਾ। ਮਾਮਲਾ ਭਾਵੇਂ ਗਲਾਸਗੋ ਦੇ ਵਿੱਚ ਇਸ ਵੇਲੇ UN ਦਾ ਸਮਿਟ ਹੋ ਕੇ ਹਟਿਆ, ਯੂਨਾਈਟਿਡ ਨੇਸ਼ਨ ਦਾ এনवायरमेंट ਦੇ ਉੱਤੇ, ਮਾਮਲਾ ਇੱਕੋ ਹੀ ਆ ਕਿ ਜਿੰਨੀਆਂ ਗ੍ਰੀਨ ਹਾਊਸ ਗੈਸਸ ਹਵਾ ਦੇ ਵਿੱਚ ਜਾਣਗੀਆਂ ਉਨੀ ਜ਼ਿਆਦਾ ਗਰਮੀ ਹੋਊਗੀ। ਜਿੰਨੀ ਜ਼ਿਆਦਾ ਇੱਕ ਥਾਂ ਦੇ ਉੱਤੇ ਗਰਮੀ ਹੋਊਗੀ ਉਨੀ ਜ਼ਿਆਦਾ ਉੱਥੋਂ ਹਵਾ ਫੈਲੂਗੀ, ਉੱਥੇ ਖਲਾਅ ਹੋਊਗਾ, ਉੱਥੇ ਹਵਾ ਦਾ ਜਿਹੜਾ ਦਬਾਅ ਆ ਉਹ ਘਟੂਗਾ ਤੇ ਵੱਧ ਦਬਾਅ ਤੋਂ ਘੱਟ ਦਬਾਅ ਪਾਸੇ ਨੂੰ ਹਵਾ ਚੱਲੂਗੀ। ਉਹ ਜਦੋਂ ਜ਼ਿਆਦਾ ਹੋਊਗੀ ਉਹਦੇ 'ਚ ਚੇਂਜਸ ਜ਼ਿਆਦਾ ਹੋਣਗੀਆਂ, ਉਨੇ ਜ਼ਿਆਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣਗੀਆਂ। ਇਸ ਵੇਲੇ ਜੋ ਕੁਝ ਹਾਲਾਤ ਨੇ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ ਸਮੇਂ-ਸਮੇਂ ਦੇ ਵਿੱਚ ਬਦਲ ਰਹੇ ਆ। ਉਹਦੇ ਬਾਰੇ ਇੱਕ ਤਾਂ ਇਹ ਆ ਕਿ ਤੁਹਾਨੂੰ ਕੋਲ ਲੇਟੈਸਟ ਇਨਫੋਰਮੇਸ਼ਨ ਚਾਹੀਦੀ ਹੈ। ਜੇਕਰ ਤੁਸੀਂ ਰੋਡ ਕਲੋਜ਼ਰ ਬਾਰੇ ਜਾਣਕਾਰੀ ਚਾਹੁੰਦੇ ਆ ਕਿ ਕਿਹੜਾ ਇਸ ਵੇਲੇ ਬੰਦ ਆ, ਕਿਹੜਾ ਖੁੱਲ੍ਹਿਆ ਹੈ, ਤਾਂ drybc.list ਦੇ ਉੱਤੇ ਜਾ ਸਕਦੇ ਆ। ਜੇ ਤੁਹਾਨੂੰ ਜਿਹੜਾ ਵੈਦਰ ਵਾਰਨਿੰਗ ਬਾਰੇ ਚੈੱਕ ਕਰਨੀ ਹੈ ਤਾਂ এনवायरमेंट ਕੈਨੇਡਾ ਦੇ ਪੇਜ ਦੇ ਉੱਤੇ ਜਾ ਸਕਦੇ ਆ। ਜੇਕਰ ਟ੍ਰਾਂਜ਼ਿਟ ਅਪਡੇਟ ਚਾਹੀਦੀ ਹੈ ਤੁਹਾਨੂੰ ਟ੍ਰਾਂਸਲਿੰਕ ਜਿਹੜੀ ਆ, ਟ੍ਰਾਂਸਲਿੰਕ ਔਨ ਟਵਿੱਟਰ, ਇਹਦੇ ਉੱਤੇ ਜਾ ਸਕਦੇ ਆ। ਤੇ ਜੇ ਤੁਹਾਨੂੰ ਇਹ ਚਾਹੀਦੀ ਆ ਕਿ ਪਾਵਰ ਕਿੱਥੇ ਨਹੀਂ ਆ, ਆਊਟੇਜ ਕਿੱਥੇ ਆ, ਇਹਨੂੰ BC ਹਾਈਡਰੋ ਆਊਟੇਜ ਪੇਜ ਦੇ ਉੱਤੇ ਜਾਇਆ ਜਾ ਸਕਦਾ ਤੇ ਜਾਂ ਟਵਿੱਟਰ ਦੇ ਉੱਤੇ #BC ਸਟਰੋਮ ਨੂੰ ਫੋਲੋ ਕੀਤਾ ਜਾ ਸਕਦਾ। ਸੋ ਵੈਨਕੂਵਰ ਦੇ ਤੇ ਆਲੇ ਦੁਆਲੇ ਸਾਊਥ ਕੋਸਟ ਦੇ ਉੱਤੇ ਬਹੁਤ ਸਾਰੀ ਜਿਹੜੀ ਰੇਨ ਆ, ਇਹਦੇ ਨਾਲ ਸਮੱਸਿਆ ਆਈ ਆ। ਇੱਕ ਹਾਈਵੇ ਦੇ ਉੱਤੇ ਜਿਹੜਾ ਸਾਰਾ ਕੁਝ ਜਾਮ ਹੋ ਗਿਆ। ਵੈਨਕੂਵਰ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਮੱਡ ਸਲਾਈਡਸ ਨੇ ਗਾਰੇ ਨਾਲ ਭਰੀਆਂ ਤੇ ਉਹ ਹੜ੍ਹ ਜਿਹਾ ਆਇਆ ਆ। sea to sky ਹਾਈਵੇ ਆ ਉਹ ਜਿਹੜਾ, ਇਹਦੇ ਤੋਂ ਬਾਅਦ ਉਹਦੇ ਤੇ ਸਮੱਸਿਆ ਇੰਨੀ ਨਹੀਂ ਆ
ਤੇ ਬਾਕੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਫਲੱਡ ਵਾਚ ਵਾਰਨਿੰਗਸ ਆ ਵਾਚਸ ਆ ਉਹ ਸ਼ੁਰੂ ਜਿਹੜੀਆਂ ਐਡਵਾਈਜ਼ਰੀ ਆ ਉਹ ਜਾਰੀ ਕੀਤੀਆਂ ਗਈਆਂ। ਹਜ਼ਾਰਾਂ ਹੀ ਲੋਕ ਫਰੇਜ਼ਰ ਵੈਲੀ ਦੇ ਵਿੱਚ ਐਤਵਾਰ ਨੂੰ ਉਹ ਬਿਨਾਂ ਇਹਦੇ ਤੋਂ ਬਿਜਲੀ ਤੋਂ ਰਹੇ ਆ। ਤੇ ਇਸੇ ਤਰ੍ਹਾਂ ਐਬਸਫੋਰਡ ਦੇ ਵਿੱਚ ਐਮਰਜੈਂਸੀ ਜਿਹੜੀ ਐਕਟੀਵੇਟ ਕਰਨੇ ਪਏ ਆ ਐਮਰਜੈਂਸੀ ਆਪਰੇਸ਼ਨ ਸੈਂਟਰਸ ਤੇ ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਦੂਜੀਆਂ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਬਹੁਤ ਸਾਰੇ ਜਿਹੜੇ ਹਾਈਵੇ 1 ਆ ਫਰੇਜ਼ਰ ਵੈਲੀ ਦੇ ਵਿੱਚ ਕੋਕੋਹਿਲਾ ਹਾਈਵੇ, ਇਸੇ ਤਰ੍ਹਾਂ ਹਾਈਵੇ 11 ਜਿਹੜਾ ਕੈਨੇਡਾ US ਬਾਰਡਰ ਆ ਉਧਰ ਨੂੰ ਜਾ ਰਿਹਾ, ਉਹ ਸਾਰਾ ਕੁਝ ਉੱਥੇ ਰੋਡ ਜਿਹੜੇ ਬੰਦ ਪਏ ਆ ਬਹੁਤ ਸਾਰੇ ਸਮੇਂ ਤੋਂ। ਹਾਈਵੇ 1 ਫਰੇਜ਼ਰ ਵੈਲੀ ਦੇ ਵਿੱਚ ਕਲੋਜ਼ ਰਿਹਾ ਬੋਥ ਡਾਇਰੈਕਸ਼ਨ ਦੇ ਲਈ। ਬ੍ਰਾਈਡਲ ਫਾਲਸ ਦੇ ਨੇੜੇ ਫਲੱਡਿੰਗ ਤੇ ਮਡ ਸਲਾਈਡ ਦੇ ਨਾਲ। ਇਸੇ ਤਰ੍ਹਾਂ ਈਸਟ ਬਾਉਂਡ ਡਰਾਈਵਰਸ ਜਿਹੜੇ ਆ ਉਹ ਵੀ ਡਿਟੋਰ ਕੀਤੇ ਗਏ ਆ ਹਾਈਵੇ 9 ਤੋਂ ਲੋਹੀਡ ਹਾਈਵੇ ਵੱਲ ਨੂੰ। ਬਹੁਤ ਸਾਰੀਆਂ ਵੀਡੀਓ ਫੁਟੇਜ ਜਿਹੜੀਆਂ ਸਾਹਮਣੇ ਆਈ ਹੈ ਜਿਹਦੇ ਉੱਤੇ ਦਿਖ ਰਿਹਾ ਕਿ ਕਿਸ ਤਰ੍ਹਾਂ ਬਹੁਤ ਹਲਕੀ ਰਫ਼ਤਾਰ ਦੇ ਵਿੱਚ ਟ੍ਰੈਫਿਕ ਜਿਹੜਾ ਤੁਰ ਰਿਹਾ ਹੈ। ਬਹੁਤ ਸਾਰੇ ਲੋਕ ਇਹਦੇ ਵਿੱਚ ਫਸੇ ਗਏ ਆ, ਉਹਨਾਂ ਨੂੰ ਇਹਦੇ ਵਿੱਚੋਂ ਕੱਢਿਆ ਗਿਆ ਹੈ ਤੇ ਅਜੇ ਹੋਰ ਜਿਹੜੇ ਇਸ ਤਰ੍ਹਾਂ ਦੇ ਯਤਨ ਜਾਰੀ ਆ। ਐਟਮੋਸਫੈਰਿਕ ਰਿਵਰ ਇੱਕ ਨਵੀਂ ਟਰਮ, ਇੱਕ ਨਵਾਂ ਸ਼ਬਦ ਜਿਹੜਾ ਸਾਡੇ ਸਾਹਮਣੇ ਸੁਣਿਆ, ਜਿਹਦਾ ਦੱਸਿਆ ਜਾ ਰਿਹਾ ਕਿ ਬੇਸਿਕਲੀ ਵੱਡਾ ਕਾਰਨ ਇਹ ਸਾਰੀ ਬਰਬਾਦੀ ਦਾ, ਇਹ ਸਾਰੀ ਤਬਾਹੀ ਦਾ ਇਹ ਆ। ਜੇ ਵਾਤਾਵਰਨ ਨੂੰ ਕੰਟਰੋਲ ਨਾ ਕੀਤਾ ਗਿਆ, ਜੇ ਵਾਤਾਵਰਨ ਦੇ ਵਿੱਚ ਮਨੁੱਖ ਦੀ ਦਖਲਅੰਦਾਜ਼ੀ ਕੁਦਰਤ ਦੇ ਵਿੱਚ ਨਾ ਬੰਦ ਕੀਤੀ ਜਾਂ ਘਟੀ ਨਾ, ਤਾਂ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ, ਇਸ ਤਰ੍ਹਾਂ ਦੀਆਂ ਦੁਰਘਟਨਾਵਾਂ, ਇਸ ਤਰ੍ਹਾਂ ਦੇ ਵਰਤਾਰੇ ਸਾਡੇ ਲਈ ਦੇਖਣ ਨੂੰ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।